हाँ जी दोस्तों, ਤਰਕਸ਼ੀਲ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਦੋਸਤ ਆਜ਼ਾਦ। ਦੋਸਤੋ, ਜਦੋਂ ਤੋਂ ਮਨੁੱਖ ਨੇ ਆਪਣੀ ਹੋਸ਼ ਸੰਭਾਲੀ ਆ, ਉਦੋਂ ਤੋਂ ਇਸ ਦੇ ਨਾਲ ਨਾਲ ਜਿਹੜੀ ਉਹਦੀ ਵਿਗਿਆਨਕ ਸੋਚ ਹੈ, ਵਿਗਿਆਨਕ ਸਮਝ ਹੈਗੀ ਆ, ਉਹ ਵਿਕਸਿਤ ਹੋਣੀ ਸ਼ੁਰੂ ਹੋਈ ਆ। ਵਿਗਿਆਨ ਕੀ ਹੈ, ਵਿਗਿਆਨਕ ਸੋਚ ਕੀ ਹੈ, ਵਿਗਿਆਨਕ ਦ੍ਰਿਸ਼ਟ ਕੀ ਹੈ, ਪ੍ਰਯੋਗ ਕੀ ਹੈ, ਪਰਖ ਕੀ ਹੈ, ਅੱਜ ਇਸ ਵਿਸ਼ੇ ਤੇ ਅਸੀਂ ਗੱਲ ਕਰਾਂਗੇ। ਸਾਡੇ ਨਾਲ ਪੈਨਲ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਭੂਰਾ ਸਿੰਘ ਜੀ। ਭੂਰਾ ਸਿੰਘ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਜੀ। ਪੂਰਾ ਸਿੰਘ ਜੀ, ਅਸੀਂ ਜਾਣਨਾ ਚਾਹੁੰਦੇ ਹਾਂ ਸਭ ਤੋਂ ਸ਼ੁਰੂ ਦੇ ਵਿੱਚ ਕਿ ਵਿਗਿਆਨ ਅਸਲ ਦੇ ਵਿੱਚ ਹੈ ਕੀ। ਵਿਗਿਆਨ ਜੇ ਇੱਕ ਸ਼ਬਦ 'ਚ ਹੀ ਬਗਾਉਣਾ ਹੋਵੇ ਤਾਂ ਵਿਗਿਆਨ ਉਹ ਗਿਆਨ ਹੈ ਜਿਹੜਾ ਸਿੱਧ ਕੀਤਾ ਹੋਇਆ ਹੁੰਦਾ ਹੈ। ਹਮ, ਤੋ ਗਿਆਨ ਜਿਹੜਾ ਹੈ ਤੇ ਵਿਗਿਆਨ ਹੈ, ਇਹਦੇ 'ਚ ਇੱਕ ਮਤਲਬ ਬੁਨਿਆਦੀ ਫਰਕ ਹੈ। ਜੀ। ਜਿਹੜੀ ਟੋਟਲ ਇਨਫੋਰਮੇਸ਼ਨ ਹੈ, ਹਮ, ਟੋਟਲ ਜਾਣਕਾਰੀ ਹੈ ਜਿਹੜੇ ਵਾਲੇ ਤੋਂ ਹੁੰਦੀ ਹੈ, ਉਹਨੂੰ ਆਪਾਂ ਗਿਆਨ ਕਹਿ ਸਕਦੇ ਹਾਂ। ਪਰ ਇਹ ਜ਼ਰੂਰੀ ਨਹੀਂ ਵੀ ਉਹ ਸਾਰਾ ਗਿਆਨ ਹੈ ਜਿਹੜਾ ਉਹ ਸੱਚਾ ਹੋਵੇ, ਸਹੀ ਹੋਵੇ, ਠੀਕ ਹੋਵੇ। ਬੰਦਾ ਸ਼ਬਦ ਰਾਹੀਂ ਜਾਂ ਆਪਦੇ ਅਨੁਭਵ ਰਾਹੀਂ ਜੋ ਗ੍ਰਹਿਣ ਕਰਦਾ ਹੈ, ਉਹ ਬੰਦੇ ਦੀ ਸਮ੍ਰਿਤੀ ਦੇ ਵਿੱਚ, ਉਹਦੀ ਯਾਦ ਦੇ ਵਿੱਚ ਜਮ੍ਹਾਂ ਹੁੰਦਾ ਰਹਿੰਦਾ ਹੈ। ਇਹਨੂੰ ਮਤਲਬ ਗਿਆਨ ਕਿਹਾ ਜਾਂਦਾ ਹੈ। ਪਰ ਜਿਹੜਾ ਵਿਗਿਆਨ ਹੈ, ਇਹ ਉਹ ਗਿਆਨ ਹੁੰਦਾ ਹੈ ਜਿਹੜਾ ਸਿੱਧ ਕੀਤਾ ਹੋਇਆ ਹੁੰਦਾ। ਜੀ। ਔਰ ਵਿਗਿਆਨ ਜਿਹੜਾ ਹੈ, ਇਹ ਜਦੋਂ ਤੋਂ ਮਨੁੱਖ ਪੈਦਾ ਹੋਇਆ ਹੈ, ਇਹ ਉਦੋਂ ਤੋਂ ਹੀ ਹੈ। ਬੇਸ਼ੱਕ ਮਨੁੱਖ ਨੂੰ ਇਹ ਪਤਾ ਹੋਵੇ ਜਾਂ ਨਾ ਹੋਵੇ ਇਹ ਕੀ ਹੈ ਕੀ ਨਹੀਂ, ਪਰ ਉਹ ਜੋ ਆਸੇ-ਪਾਸੇ ਤੋਂ ਗ੍ਰਹਿਣ ਕਰਦਾ ਹੈ ਔਰ ਉਹਨੂੰ ਆਪਦੇ ਅਨੁਭਵ ਦੇ ਨਾਲ ਮਤਲਬ ਦ੍ਰਿਸ਼ਟੀ ਦੇ ਵਿੱਚ ਉਹਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ। ਔਰ ਵਿਗਿਆਨ ਜਿਹੜਾ ਹੈਗਾ ਉਹ ਸਿੱਧ ਕੀਤਾ ਹੋਇਆ ਗਿਆਨ ਹੁੰਦਾ। ਜੀ। ਤੇ ਪੂਰਾ ਸਿੰਘ ਜੀ, ਤੁਸੀਂ ਵਿਗਿਆਨ ਦੀ ਗੱਲ ਕੀਤੀ ਕਿ ਗਿਆਨ ਦੇ ਵਿੱਚੋਂ ਜਿਹੜਾ ਪਾਰਟ ਸਿੱਧ ਕੀਤਾ ਹੋਇਆ ਨਿਕਲ ਆਵੇ ਉਹ ਵਿਗਿਆਨ ਹੁੰਦਾ। ਜੀ। ਤੇ ਹੁਣ ਅਸੀਂ ਅੱਗੇ ਜਾਣਨਾ ਚਾਹਾਂਗੇ ਕਿ ਵਿਗਿਆਨ ਅਸੀਂ ਜਾਣ ਲਿਆ, ਤੇ ਹੁਣ ਅਸੀਂ ਜਾਣਨਾ ਚਾਹਾਂਗੇ ਕਿ ਵਿਗਿਆਨਕ ਸੋਚ ਕੀ ਹੈ। ਇਹਦੇ ਬਾਰੇ ਵੀ ਦੱਸੋ ਸਾਨੂੰ। ਵਿਗਿਆਨਕ ਦ੍ਰਿਸ਼ਟੀ ਕੌਣ ਹੈ, ਇਹਦੇ ਬਾਰੇ ਵੀ ਸਾਨੂੰ ਥੋੜਾ ਦੱਸੋ। ਹਾਂਜੀ, ਕੋਈ ਬੰਦਾ ਵਿਗਿਆਨੀ ਹੋ ਸਕਦਾ ਹੈ, ਪਰ ਇਹ ਜ਼ਰੂਰੀ ਨਹੀਂ ਵੀ ਉਸ ਬੰਦੇ ਦਾ ਜਿਹੜਾ ਸੋਚਣ ਦਾ ਢੰਗ ਹੈ ਉਹ ਵੀ ਵਿਗਿਆਨਕ ਹੋਵੇ ਤੇ ਉਹ ਵਿਗਿਆਨ ਦੇ ਸਿਧਾਂਤ ਮੁਤਾਬਕ ਸੋਚਦਾ ਹੋਵੇ। ਤੋ ਅਸੀਂ ਜਦੋਂ ਸਮਾਜ ਨੂੰ ਆਸੇ-ਪਾਸੇ ਦੇਖਦੇ ਹਾਂ, ਸ੍ਰਿਸ਼ਟੀ ਨੂੰ ਦੇਖਦੇ ਹਾਂ, ਤਾਂ ਇਹਦੇ ਵਿੱਚ ਘਟਨਾਵਾਂ ਵਾਪਰਦੀਆਂ। ਯਾਨੀ ਕਦੇ ਕੋਈ ਮੀਂਹ ਆ ਗਿਆ, ਕਦੇ ਮੀਂਹ ਦੇ ਵਿੱਚ ਹੀ ਗੜੇ ਆ ਗਏ, ਕਦੇ ਕੋਈ ਭੁਚਾਲ ਆ ਗਿਆ, ਜਾਂ ਕਦੇ ਕਿਸੇ ਹੋਰ ਆ ਗਿਆ, ਜਾਂ ਸੂਰਜ ਚੜ੍ਹਿਆ ਆ, ਸੂਰਜ ਛਿਪ ਗਿਆ, ਜਾਂ ਤਾਰੇ ਚੜ੍ਹੇ ਆਏ, ਤਾਰੇ ਛਿਪ ਗਏ। ਔਰ ਸਾਰਾ ਯੂਨੀਵਰਸ ਜਿਹੜਾ ਹੈ ਉਹ ਬੰਦੇ ਦੀ ਦ੍ਰਿਸ਼ਟੀ ਹੁੰਦਾ ਹੈ ਜਦੋਂ ਬੰਦਾ ਉਹਨੂੰ ਦੇਖਦਾ। ਤੋ ਇਹ ਜਿਹੜਾ ਮਤਲਬ ਅਨੁਭਵ ਹੈ ਬੰਦੇ ਦਾ, ਇਹਦੇ ਤੋਂ ਬੰਦਾ ਸਿੱਟੇ ਕੱਢਦਾ ਹੈ। ਤੇ ਵਿਗਿਆਨ ਜਿਹੜਾ ਹੈ ਇਹ ਕਾਰਨ ਤੇ ਕਾਰਜ ਦੇ ਸਿਧਾਂਤ ਮੁਤਾਬਕ ਚੱਲਦਾ ਹੈ। ਜੋ ਵੀ ਘਟਨਾਵਾਂ ਵਾਪਰਦੀਆਂ ਉਹਨਾਂ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ, ਤੇ ਕਾਰਨ ਜਿਹੜਾ ਹੈਗਾ ਉਹ ਅੱਗੇ ਹੋਰ ਘਟਨਾਵਾਂ ਵਾਸਤੇ ਉਹ ਕਾਰਜ ਬਣ ਜਾਂਦਾ ਹੈ। ਤੋ ਵਿਗਿਆਨ ਹਰ ਘਟਨਾ ਦਾ ਕਾਰਨ ਲੱਭਦਾ ਹੈ, ਔਰ ਉਹਦੀਆਂ 4 ਸਟੇਜਸ ਹੁੰਦੀਆਂ। ਕੋਈ ਵੀ ਬੰਦਾ ਜਦੋਂ ਜਾਂ ਕੋਈ ਵਿਗਿਆਨੀ ਹੈ, ਉਹ ਜੋ ਕੋਈ ਘਟਨਾ ਵਾਪਰਦੀ ਹੈ ਆਸੇ ਪਾਸੇ, ਤਾਂ ਉਹਦਾ ਉਹ ਡਾਟਾ ਇਕੱਠਾ ਕਰਦਾ ਹੈ ਵੀ ਉਹ ਘਟਨਾ ਕੀ ਹੈ, ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਉਹਦਾ ਉਹ ਮਤਲਬ ਕਾਰਨ ਲੱਭ ਲੈਂਦਾ ਹੈ, ਘਟਨਾ ਮਤਲਬ ਵਾਪਰਦੀ ਹੈ, ਉਹਦਾ ਡਾਟਾ ਇਕੱਠਾ ਕਰਕੇ ਫਿਰ ਉਹਦਾ ਕਾਰਨ ਮਿਥ ਲੈਂਦਾ ਵੀ ਇਸ ਘਟਨਾ ਦੇ ਪਿੱਛੇ ਆਹ ਕਾਰਨ ਹੋ ਸਕਦਾ। ਤੀਜਾ ਇਹਦਾ ਸਟੈਪ ਹੈ, ਉਹ ਹੈ ਵੈਰੀਫਿਕੇਸ਼ਨ, ਯਾਨੀ ਪੜਤਾਲ। ਫਿਰ ਉਹਦੀ ਉਹ ਪੜਤਾਲ ਕਰਦਾ ਹੈ। ਜੇ ਤਾਂ ਉਹ ਕਾਰਨ ਸਿੱਧ ਹੋ ਜੇ ਤੇ ਉਹ ਉਹਨੂੰ ਕਨਕਲੂਜਨ ਕਹਿ ਦਿੰਦੇ ਆ, ਉਹ ਸਿੱਟਾ ਕੱਢ ਲੈਂਦਾ।
ਔਰ ਜਦੋਂ ਫੇਰ ਉਹੋ ਜਿਹੀਆਂ ਘਟਨਾਵਾਂ ਸਮਾਜ ਦੇ ਵਿੱਚ ਵਾਪਰਦੀਆਂ ਹੈ, ਆਸੇ-ਪਾਸੇ ਵਾਪਰਦੀਆਂ ਹੈ, ਸ੍ਰਿਸ਼ਟੀ ਦੇ ਵਿੱਚ, ਪ੍ਰਕਿਰਤੀ ਦੇ ਵਿੱਚ ਵਾਪਰਦੀਆਂ ਹੈ, ਤਾਂ ਫੇਰ ਉਹ ਬੰਦਾ ਜਿਹੜਾ ਉਹਦੇ ਬਾਰੇ ਸੋਚ ਰਿਹਾ ਹੈ, ਉਹ ਸੋਚਦਾ ਹੈ ਵੀ ਕੱਢਿਆ ਉਹਨੂੰ ਦੁਬਾਰਾ ਫੇਰ ਉਹ ਪ੍ਰੈਕਟਿਸ ਦੇ ਵਿੱਚ ਪਾਉਂਦਾ ਹੈ। ਤੇ ਜੇ ਬਾਰ-ਬਾਰ ਸਿੱਟਾ ਉਹੀ ਆਉਂਦਾ ਹੈ ਤਾਂ ਉਹ ਤੋਂ ਸਿਧਾਂਤ ਬਣ ਜਾਂਦਾ। ਤੋ ਇਹ ਇੱਕ ਪੂਰੀ ਬਕਾਇਦਾ ਵਿਧੀ ਹੈ ਜਿਹਨੂੰ ਆਪਾਂ ਵਿਗਿਆਨਕ ਵਿਧੀ ਕਹਿੰਦੇ ਹਾਂ। ਇਸ ਦੇ ਨਾਲ ਦੁਨੀਆ ਦੇ ਉੱਤੇ ਜਿੰਨੀਆਂ ਵੀ ਖੋਜਾਂ ਹੋਈਆਂ, ਜਿੰਨਾ ਵੀ ਮਨੁੱਖ ਕੋਲੇ ਵਿਗਿਆਨ ਦੀ ਜਾਣਕਾਰੀ ਪਹੁੰਚੀ ਹੈ, ਔਰ ਵਿਗਿਆਨ ਨੇ ਜਿਹੜੇ ਵੱਖੋ ਵੱਖਰੇ ਸਿਧਾਂਤ ਬਣਾਏ ਹੈ, ਵੱਖੋ ਵੱਖਰੇ ਜਿਹੀਆਂ ਧਾਰਨਾਵਾਂ ਬਣਾਈਆਂ ਹੈ, ਉਹ ਸਾਰੀਆਂ ਇਸੇ ਪ੍ਰੋਸੀਜਰ ਵਿੱਚ ਦੀ ਲੰਘ ਕੇ ਆਈਆਂ। ਤੋ ਇਹ ਜਿਹੜਾ ਵਿਗਿਆਨਕ ਸਿਧਾਂਤ ਹੈ, ਇਹਦੇ ਮੁਤਾਬਕ ਜਦੋਂ ਕਿਸੇ ਚੀਜ਼ ਦੀ ਪੜਤਾਲ ਹੋ ਜਾਂਦੀ ਹੈ, ਉਹਦਾ ਸਿੱਟਾ ਹੋ ਜਾਂਦਾ, ਉਹਦਾ ਸਿਧਾਂਤ ਨਿਕਲ ਆਉਂਦਾ ਹੈ, ਤੋ ਫਿਰ ਉਸ ਤੋਂ ਬਾਅਦ ਫਿਰ ਪੜਤਾਲ ਕਰਨ ਦੀ ਲੋੜ ਨਹੀਂ ਪੈਂਦੀ। ਫਿਰ ਉਹ ਜਿਹੜਾ ਸਿਧਾਂਤ ਹੈ ਉਹ ਹੀ ਲਾ ਕੇ ਆਪਾਂ ਇਹ ਪਤਾ ਕਰ ਸਕਦੇ ਹਾਂ ਵੀ ਇਹ ਜਿਹੜੀ ਘਟਨਾ ਹੈ ਇਹ ਕਿਵੇਂ ਵਾਪਰੀ ਔਰ ਇਹਦੇ ਕੀ ਸਿੱਟੇ ਨਿਕਲੇ। ਜੀ, ਜਿਵੇਂ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਜੀ ਬਈ ਆਰਕੀਮਿਡੀਜ਼ ਦਾ ਸਿਧਾਂਤ ਹੈ। ਉਹ ਸਿਧਾਂਤ ਇਹ ਹੈ ਵੀ ਜਿਹੜੀ ਚੀਜ਼ ਹੈ, ਕੋਈ ਪੁੰਜ ਹੈ, ਉਹ ਪਾਣੀ ਤੇ ਤਰਦਾ ਹੈ। ਕਿਉਂ ਤਰਦਾ ਹੈ? ਤੋ ਉਹਨੇ ਇਹ ਦੱਸਿਆ ਸੀ ਕਿ ਜਿਹੜੀ ਵੀ ਚੀਜ਼ ਪਾਣੀ ਦੇ ਉੱਤੇ ਰੱਖਦੇ ਆ, ਜਿੰਨਾ ਪਾਣੀ ਉਹ ਪਾਸੇ ਹਟਾਉਂਦੀ ਹੈ, ਔਰ ਉਹ ਪਾਣੀ ਜਿਹੜਾ ਹੈਗਾ ਉਹਦਾ ਵਜਨ ਜਿਹੜਾ ਹੈਗਾ ਉਹ ਚੀਜ਼ ਦੇ ਵਜਨ ਨਾਲੋਂ ਜ਼ਿਆਦਾ ਹੋਣਾ ਚਾਹੀਦਾ, ਤਾਂ ਹੀ ਉਹ ਉੱਤੇ ਤਰੂ। ਤੋ ਇਹ ਜਿਹੜਾ ਸਿਧਾਂਤ ਹੈ, ਇਹ ਮਤਲਬ ਚੀਜ਼ਾਂ ਜਦੋਂ ਪਾਣੀ ਦੇ ਉੱਤੇ ਤਰਦੀਆਂ ਹੈ, ਤੇ ਇਹ ਸਿਧਾਂਤ ਨੂੰ ਲੈ ਕੇ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਕਾਢਾਂ ਵਿਗਿਆਨ ਨੇ ਕੱਢੀਆਂ। ਜਿਵੇਂ ਹੁਣ ਲੱਕੜ ਪਾਣੀ ਦੇ ਤਰਦੀ ਹੈ, ਔਰ ਦੂਸਰੇ ਪਾਸੇ ਆਪਾਂ ਕਹਿੰਦੇ ਵੀ ਲੋਹਾ ਨਹੀਂ ਤਰਦਾ, ਪਰ ਲੋਹੇ ਦੇ ਹਜ਼ਾਰਾਂ ਟਨ ਭਾਰੇ ਜਹਾਜ਼ ਹੈ ਜਿਹੜੇ ਉਹ ਪਾਣੀ ਦੇ ਉੱਤੇ ਤਰਦੇ ਆ। ਤੋ ਉਹ ਜਿਹੜਾ ਸਿਧਾਂਤ ਹੈ ਉਹ ਉਸੇ ਮੁਤਾਬਕ ਹੀ ਬਣਾਏ ਗਏ ਆ ਵੀ ਉਹਦੇ ਵਿੱਚ ਉਹ ਜਿੰਨੇ ਪਾਣੀ ਨੂੰ ਪਾਸੇ ਕਰਦਾ ਜਹਾਜ਼, ਉਹਦਾ ਜਿਹੜਾ ਵਜਨ ਹੈ ਉਹ ਜਹਾਜ਼ ਦੇ ਵਜਨ ਨਾਲੋਂ ਘੱਟ ਹੁੰਦਾ ਹੈ। ਤੋ ਇਸ ਕਰਕੇ ਲੱਖਾਂ ਟਨ ਦਾ ਜਿਹੜਾ ਜਹਾਜ਼ ਹੈ ਉਹ ਪਾਣੀ ਦੇ ਉੱਤੇ ਤਰਦਾ ਹੈ। ਤੋ ਇਹ ਇੱਕ ਜਿਹੜਾ ਹੈ ਇੱਕ ਵਿਧੀ ਹੈ ਵਿਗਿਆਨ ਦੀ, ਜਿਹਦੇ ਰਾਹੀਂ ਆਪਾਂ ਨੇਚਰ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ ਜੋ ਕੁਛ ਵੀ ਵਾਪਰ ਰਿਹਾ ਹੈ ਇਹਨੂੰ ਆਪਾਂ ਸਮਝਦੇ ਹਾਂ ਜੀ। ਔਰ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਜਿੰਨੀਆਂ ਵੀ ਖੋਜਾਂ ਹੋਈਆਂ ਉਹ ਇਸੇ ਸਿਧਾਂਤ ਮੁਤਾਬਕ ਹੋਈਆਂ। ਤੋ ਇਹ ਵਿਗਿਆਨਕ ਇੱਕ ਸਿਧਾਂਤ ਹੈ। ਤੋ ਇਹਨੂੰ ਜੇ ਆਪਾਂ ਵਿਗਿਆਨਕ ਦ੍ਰਿਸ਼ਟੀਕੋਣ ਦੀ ਜੇ ਪਰਿਭਾਸ਼ਾ ਕਰਨੀ ਹੋਵੇ ਤਾਂ ਆਪਾਂ ਕੁਝ ਲਾਈਨਾਂ ਦੇ ਵਿੱਚ ਉਹਨੂੰ ਐਂ ਕਰ ਸਕਦੇ ਹਾਂ ਕਿ ਕੁਦਰਤ, ਸਮਾਜ, ਮਨੁੱਖੀ ਸੋਚ ਤੇ ਇਤਿਹਾਸ ਤੋਂ ਇੱਕ ਨਿਸ਼ਚਿਤ ਨਿਯਮਾਂ ਤਹਿਤ ਸਦਾ ਗਤੀਸ਼ੀਲ ਦੇਖਣਾ ਤੇ ਸਮਝਣਾ ਹੀ ਵਿਗਿਆਨਕ ਦ੍ਰਿਸ਼ਟੀਕੋਣ। ਜੀ ਜੀ ਜੀ। ਤੇ ਪੂਰਾ ਸਿੰਘ ਜੀ, ਪੜਤਾਲ ਦੇ ਰਾਹੀਂ ਕਨਕਲੂਜਨ ਨਿਕਲਦਾ, ਉਹਦੇ ਬਾਅਦ ਦੇ ਵਿੱਚ ਫਿਰ ਉਹਦੇ ਵਿੱਚੋਂ ਕੁਝ ਗਲਤੀਆਂ ਨਿਕਲਦੀਆਂ, ਫਿਰ ਉਹ ਅੱਗੇ ਜਾ ਕੇ ਠੀਕ ਕਰ ਲਈਆਂ ਜਾਂਦੀਆਂ, ਬਾਰ-ਬਾਰ ਪੜਤਾਲ ਹੁੰਦੀ ਆ। ਕਿ ਜਿਹੜਾ ਵਿਗਿਆਨ ਹੈ, ਕੀ ਇਸ ਨੂੰ ਅਸੀਂ ਅੰਤਮ ਸੱਚ ਮੰਨ ਸਕਦੇ ਹਾਂ? ਨਹੀਂ ਜੀ, ਅੰਤਮ ਸੱਚ ਨਹੀਂ ਮੰਨ ਸਕਦੇ, ਪਰ ਸਿਧਾਂਤ ਜਿਹੜੇ ਹੈਗੇ ਆ ਉਹ ਬੇਸਿਕ ਗੱਲਾਂ ਨੂੰ ਹੀ ਪ੍ਰਭਾਸ਼ਿਤ ਕਰਦੇ ਆ। ਉਹਦੇ ਵਿੱਚ ਹੋਰ ਵਾਧੇ ਹੁੰਦੇ ਰਹਿੰਦੇ ਆ, ਪਰ ਜਿੰਨਾ ਉਹ ਦੱਸ ਦਿੱਤਾ ਗਿਆ ਉਹ ਝੂਠ ਨਹੀਂ ਹੁੰਦਾ, ਉਹਦੇ ਵਿੱਚ ਹੋਰ ਵਾਧੇ ਹੋ ਸਕਦੇ ਆ ਜੀ। ਜਿਵੇਂ ਕਿਸੇ ਵੇਲੇ ਦੱਸਿਆ ਗਿਆ ਸੀ ਵੀ ਜਿਹੜਾ ਐਟਮ ਹੈ ਇਹ ਪਦਾਰਥ ਦੀ ਛੋਟੀ ਤੋਂ ਛੋਟੀ ਇਕਾਈ ਹੈ, ਉਦੋਂ ਇਹ ਮੰਨਿਆ ਜਾਂਦਾ ਜੀ। ਪਰ ਫਿਰ ਪਤਾ ਲੱਗਿਆ ਵੀ ਐਟਮ ਦੇ ਵਿੱਚ ਵੀ ਅੱਗੇ ਇਲੈਕਟ੍ਰੋਨ, ਨਿਊਟਰੋਨ ਤੇ ਪ੍ਰੋਟੋਨ ਹੁੰਦੇ ਆ, ਔਰ ਉਹ ਸਾਰਾ ਉਹਦਾ ਸਿਸਟਮ ਐਟਮ ਦੇ ਵਿੱਚ ਕੀ ਹੈ ਉਹਦੀ ਹੋਰ ਵਿਆਖਿਆ ਕੀਤੀ ਗਈ ਜੀ। ਤੋ ਇਹ ਅੱਗੇ ਤੋਂ ਅੱਗੇ ਵਿਆਖਿਆ ਹੁੰਦੀ ਜਾਊਗੀ। ਤੇ ਸਾਇੰਸ, ਵਿਗਿਆਨ ਇਹ ਖੁਦ ਮੰਨਦਾ ਹੈ ਕਿ ਕਦੇ ਵੀ ਕੋਈ ਜਿਹੜੀ ਗੱਲ ਹੈ ਉਹ ਸੰਪੂਰਨ ਸੱਚ ਨਹੀਂ ਹੁੰਦੀ, ਤੇ ਇਹ ਲਗਾਤਾਰ ਗਤੀਸ਼ੀਲ ਰਹਿੰਦੀ ਹੈ। ਤੇ ਇਹਨੂੰ ਸਮਝਣਾ ਤੇ ਇਹਨੂੰ ਗਤੀਸ਼ੀਲ ਦੇਖਣਾ, ਇਹ ਹੀ ਵਿਗਿਆਨ ਦਾ ਜਿਹੜਾ ਬੇਸ ਹੈ, ਆਧਾਰ ਹੈ, ਜਿਹਦੇ ਨਾਲ ਗਾਹਾਂ ਤੋਂ ਗਾਹਾਂ ਤੋਂ ਜਾ ਕੇ ਹੁੰਦੀਆਂ ਜਾਂਦੀਆਂ ਜੀ। ਪੂਰਾ ਸਿੰਘ ਜੀ, ਦੂਜੇ ਪਾਸੇ ਗੱਲ ਹੈਗੀ ਆ, ਇੱਕ ਪਾਸੇ ਗੱਲ ਵਿਗਿਆਨ ਦੀ ਆ ਤੇ ਦੂਸਰੇ ਪਾਸੇ ਗੱਲ ਹੈਗੀ ਆ ਧਰਮ ਦੀ।
ਧਰਮ ਅਤੇ ਵਿਗਿਆਨ ਦੇ ਵਿੱਚ ਜਿਹੜਾ ਅੰਤਰ ਹੈ ਉਹ ਬੇਸਿਕ ਅੰਤਰ ਕੀ ਨੇ? ਇਹਦੇ ਵਿੱਚ ਮੁੱਖ ਗੱਲ ਤਾਂ ਇਹੀ ਹੈ ਵੀ ਧਰਮ ਜਿਹੜਾ ਹੈ ਉਹਨੂੰ ਮੰਨ ਕੇ ਹੀ ਚੱਲਿਆ ਜਾਂਦਾ ਤੇ ਜਿਹੜਾ ਵਿਗਿਆਨ ਹੈ ਇਹ ਜਾਣ ਕੇ ਮੰਨਦਾ ਹੈ ਜੀ। ਬਾਕੀ ਇਹ ਗੱਲ ਇਹਦੇ ਵਿੱਚ ਹੈਗਾ ਕਿ ਉਹ ਪਿੱਛੇ ਤੋਂ ਜਿਹੜੀਆਂ ਧਾਰਨਾਵਾਂ ਬਣੀਆਂ ਹੈ ਉਹਨੂੰ ਬਗੈਰ ਵਿਗਿਆਨਕ ਦ੍ਰਿਸ਼ਟੀਕੋਣ ਤੇ ਪਰਖਿਆ ਉਸੇ ਤਰ੍ਹਾਂ ਹੀ ਮੰਨੀ ਜਾਣਾ, ਇਹ ਮਤਲਬ ਜਿਹੜੀਆਂ ਮਿੱਥਿਆ ਜਿਹੜਾ ਵਿਸ਼ਵਾਸ ਹੈ ਇਹ ਉਹਨੂੰ ਸਿੱਧ ਕਰਦਾ। ਇਹ ਦੋਨੋਂ ਅਸਲ 'ਚ ਇਹ ਜਿਹੜਾ ਵਿਰੋਧ ਹੈ ਨਾ, ਇਹ ਵਿਧੀਆਂ ਦਾ ਵਿਰੋਧ ਹੈ। ਇੱਕ ਮਿੱਥਿਆ ਵਿਧੀ ਹੈ, ਇੱਕ ਵਿਗਿਆਨਕ ਵਿਧੀ। ਇਹ ਦੋਨਾਂ ਦਾ ਜਿਹੜਾ ਅੰਤਰ ਹੈ ਉਹ ਵਿਧੀਆਂ ਦਾ ਅੰਤਰ ਹੈ। ਸੋ ਜਿਹੜੀ ਵਿਗਿਆਨਕ ਵਿਧੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ 'ਤੇ ਦੱਸ ਦਿੰਦਾ ਹਾਂ, ਇਹਨੂੰ ਥੋੜ੍ਹਾ ਜਿਹਾ ਸਮਝਣ 'ਚ ਸੌਖ ਹੋ ਜੂਗੀ। ਦੋ ਬੰਦੇ ਪਹਾੜ 'ਤੇ ਚਲੇ ਜਾਂਦੇ ਆ, ਪਹਾੜ 'ਤੇ ਚਲੇ ਜਾਂਦੇ ਆ, ਉਹ ਵਪਾਰ ਕਰਨ ਗਏ ਆ ਪਹਾੜ ਦੇ ਉੱਤੇ, ਤੇ ਉੱਥੇ ਉਹ ਕੀ ਕਰਦੇ ਆ ਵੀ ਮੂੰਗੀ ਦੀ ਦਾਲ ਧਰ ਲੈਂਦੇ ਆ ਜੀ। ਇਹ ਮੂੰਗੀ ਦੀ ਦਾਲ ਜਦੋਂ ਬਣਾਉਂਦੇ ਆ ਪਹਾੜ ਦੇ ਉੱਤੇ ਬਹੁਤ ਜ਼ਿਆਦਾ ਠੰਡ ਹੈ, ਉਹ ਜਿੰਨਾ ਚਿਰ ਆਪਣੇ ਮੂੰਗੀ ਦੀ ਦਾਲ ਥੱਲੇ ਮੈਦਾਨਾਂ 'ਚ ਬਣਦੀ ਹੈ ਉਨੇ ਚਿਰ ਉਹ ਅੱਗ ਡਾਉਂਦੇ ਆ ਤੇ ਮੂੰਗੀ ਦੀ ਦਾਲ ਬਿਲਕੁਲ ਹੀ ਨਹੀਂ ਬਣਦੀ। ਉਹਨਾਂ 'ਚੋਂ ਇੱਕ ਬੰਦਾ ਕਹਿੰਦਾ ਵੀ ਇਹ ਜਿਹੜੀ ਦਾਲ ਹੈ ਉਹ ਆਪਣੀ ਬਣ ਨਹੀਂ ਰਹੀ, ਕੀ ਗੱਲ ਹੈ? ਦੂਜਾ ਕਹਿੰਦਾ ਤੁਹਾਨੂੰ ਹੋਰ 2 ਮਿੰਟ ਲਾ ਲਾ, ਝੋਕਾ 4 ਮਿੰਟ ਤੇ ਬਣ ਗਈ। ਜਦੋਂ 2-4 ਮਿੰਟ ਹੋਰ ਉਹਨੂੰ ਅੱਗ ਡਾਉਂਦੇ ਆ ਤੇ ਉਹ ਦਾਲ ਫੇਰ ਦਿੰਦਾ। ਉਹ ਪਹਿਲਾਂ ਕਹਿੰਦਾ ਮੈਨੂੰ ਐਂ ਲੱਗਦਾ ਵੀ ਹੁਣ ਤਾਂ ਦਾਲ ਕਦੋਂ ਦੀ ਬਣ ਜਾਣੀ ਸੀ, ਵੀ ਜਿੱਥੇ ਆਪਾਂ ਬੈਠੇ ਆ ਇਹ ਪੱਕੀ ਹੈ ਥਾਂ, ਇੱਥੇ ਕੋਈ ਦੇਵੀ ਦੇਵਤੇ ਦਾ ਵਾਸਤਾ ਹੈ, ਆਪਣੀ ਉਹ ਦਾਲ ਬਣ ਦਿੰਦਾ, ਇਸ ਕਰਕੇ ਆਪਣਾ ਨੁਕਸਾਨ ਨਾ ਹੋ ਜਾਵੇ। ਉਹ ਦੂਜਾ ਕਹਿੰਦਾ ਨਹੀਂ ਯਾਰ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ, ਇਹਦੀ ਕੋਈ ਗੱਲ ਹੋਰ ਹੈ। ਉਹ ਕਹਿੰਦਾ ਮੈਨੂੰ ਐਂ ਲੱਗਦਾ ਵੀ ਜਿਹੜੀ ਪਤੀਲੀ ਆਪਾਂ ਬਣਾ ਰਹੇ ਦਾ ਥੱਲਾ ਹੀ ਮੋਟਾ ਹੈ, ਉਹਨੇ ਪਤੀਲੀ ਬਦਲ ਪਰ ਦਾਲ ਫੇਰ ਨਹੀਂ ਬਣੀ। ਉਹ ਕਹਿੰਦਾ ਬੰਦਾ ਕਹਿੰਦਾ ਯਾਰ ਤੈਨੂੰ ਮੈਂ ਕਿਹਾ ਸੀ ਨਹੀਂ ਬਈ ਇਹ ਦਾਲ ਇਸ ਕਰਕੇ ਨਹੀਂ ਬਣ ਰਹੀ ਵੀ ਇੱਥੇ ਕੋਈ ਕਿਸੇ ਦੇਵੀ ਦੇਵਤੇ ਦਾ ਵਾਸਾ ਹੈ ਤੇ ਜਿਹੜਾ ਆਪਣੇ ਨਾਲ ਨਾਰਾਜ਼ ਆ ਤੇ ਆਪਣੀ ਉਹ ਦਾਲ ਨਹੀਂ ਬਣਨਾ ਜੀ। ਜਦੋਂ ਇੰਨਾ ਕਹਿ ਕੇ ਉਹ ਕਹਿੰਦਾ ਮੈਂ ਤਾਂ ਇੱਥੇ ਨਹੀਂ ਰਹਿੰਦਾ ਹੈਗਾ ਤੇ ਆਪਾਂ ਹੁਣ ਇੱਥੇ ਚਿੱਟ ਗਏ, ਆਪਣਾ ਕੋਈ ਨਾ ਕੋਈ ਨੁਕਸਾਨ ਹੋ ਜੂ। ਉਹ ਜਿਹੜੇ 4 ਪੈਸੇ ਲਿਆਇਆ ਹੁੰਦਾ ਉਹਦਾ ਪੂਜਾ ਦੀ ਸਮੱਗਰੀ ਲੈ ਕੇ ਜਾਂ ਖਾਣ ਪੀਣ ਦੀਆਂ ਵਸਤਾਂ ਦਾ ਉੱਤੇ ਪੁੰਨਦਾਨ ਕਰਕੇ ਤੇ ਉਹਦਾ ਵਾਪਸ ਆ ਜਾ। ਉਹ ਦੂਜਾ ਕਹਿੰਦਾ ਚੱਲ ਹੁਣ ਮੈਨੂੰ ਐਂ ਲੱਗਦਾ ਵੀ ਅਸਲ 'ਚ ਜਿਹੜੀ ਆਪਣੀ ਦਾਲ ਹੈ ਨਾ ਇਸ 'ਚ ਹੀ ਗੜਬੜ ਹੈ, ਇਹ ਹੋ ਸਕਦਾ ਇਹ ਕੋਕੜੂ ਹੋਣ। ਉਹ ਦੁਬਾਰਾ ਫੇਰ ਜਾਂਦੇ ਆ, ਉਦੋਂ ਦਾਲ ਇੱਥੋਂ ਪੈ ਜਾਂਦੇ ਆ, ਉਹ ਦਾਲ ਫੇਰ ਨਹੀਂ। ਪਹਿਲਾ ਦਾ ਜਿਹੜਾ ਸੀਗਾ ਮਿੱਥਿਆ ਵਿਧੀ ਵਾਲਾ ਉਹ ਤਾਂ ਡਰ ਕੇ ਤੇ ਵਾਪਸ ਆ ਜਾਂਦਾ, ਤੇ ਦੂਜਾ ਬੰਦਾ ਉਹ ਦੇਖਦਾ ਰਹਿੰਦਾ ਵੀ ਅਸਲ 'ਚ ਗੱਲ ਕੀ ਹੈ। ਉਹ ਕੀ ਕਰਦਾ, ਉਹਦੇ ਉੱਤੇ ਢੱਕਣ ਰੱਖ ਕੇ ਤੇ ਉੱਤੇ ਪੱਥਰ ਰੱਖ ਦਿੰਦਾ ਜੀ, ਦਾਲ ਬਣ ਜਾਂਦੀ ਹੈ। ਪਰ ਉਹਨੂੰ ਐ ਨਹੀਂ ਪਤਾ ਲੱਗਦਾ ਵੀ ਦਾਲ ਬਣ ਕਿਉਂ ਗਈ। ਬਾਰ-ਬਾਰ ਘਟਨਾ ਤਾਂ ਇੱਕੋ ਹੀ ਹੋਈ ਹੈ ਵੀ ਦਾਲ ਨਹੀਂ ਬਣੀ, ਕੀ ਗੱਲ ਹੈ? ਇਹਦੇ ਬਾਰੇ ਉਹ ਬਾਰ-ਬਾਰ ਹਾਈਪੋਥੀਸਿਸ ਬਣਾਉਂਦਾ, ਬਾਰ-ਬਾਰ ਉਹਦੇ ਕਾਰਨ ਲੱਭ ਕੇ ਉਹ ਕਾਰਨ ਮਿਥ ਲੈਂਦਾ, ਪਰ ਉਹ ਸਿੱਧ ਨਹੀਂ ਹੁੰਦਾ। ਪਰ ਹੁਣ ਉਹ ਸਿੱਧ ਤਾਂ ਹੋ ਗਿਆ ਜੀ, ਪਰ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਹੋ ਕੀ ਗਿਆ ਜਿਹਦੇ ਕਰਕੇ ਹੁਣ ਦਾਲ ਬਣ ਗਈ। ਉਹ ਹੋਰ ਮਾਰਦਾ ਰਹਿੰਦਾ, ਅਖੀਰ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਪਹਾੜ ਦੇ ਉੱਤੇ ਜਿਹੜਾ ਹਵਾ ਦਾ ਦਬਾਅ ਘੱਟ ਹੈ, ਜਿਉਂ-ਜਿਉਂ ਆਪਾਂ ਧਰਤੀ ਤੋਂ ਦੂਰ ਜਾਂਦੇ ਹਾਂ ਦਬਾਅ ਘਟਦਾ ਜਾਂਦਾ ਹੈ ਤੇ ਪਾਣੀ ਦਾ ਉਬਾਲ ਦਰਜਾ 100 ਡਿਗਰੀ ਤੋਂ ਥੱਲੇ ਆਉਂਦਾ ਜਾਂਦਾ, ਉੱਥੇ 50-60 ਡਿਗਰੀ ਤੇ ਪਾਣੀ ਉੱਬਲ ਜਾਂਦਾ ਜੀ। ਇਸ ਕਰਕੇ ਜਿੰਨੀ ਹੀ ਲੋੜ ਸੀ ਦਾਲ ਨੂੰ, ਉਹ ਦਾਲ ਨੂੰ ਉਨੀ ਹੀਟ ਹੀ ਨਹੀਂ ਮਿਲ ਸਕੀ, ਇਸ ਕਰਕੇ ਉਹ ਨਹੀਂ ਬਣੀ। ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਸਾਰਾ ਕਾਰਨ ਦਬਾਅ ਹੈ, ਫਿਰ ਉਹਦੇ ਉੱਤੇ ਉਹ ਦਬਾਅ ਨਕਲੀ ਕ੍ਰੀਏਟ ਕਰ ਦਿੰਦਾ, ਉਹਦਾ ਜਿਹੜਾ ਢੱਕਣ ਹੈ ਉਹਨੂੰ ਵਿੱਚ ਫਸਾ ਕੇ ਤੇ ਬਿਲਕੁਲ ਬੰਦ ਕਰ ਦਿੰਦਾ, ਭਾਵ ਤੇ ਉਹਦੇ ਤੇ ਦਬਾਅ ਹੋਰ ਵੱਧ ਜਾਂਦਾ ਤੇ ਦਾਲ ਉਦੋਂ ਵੀ ਛੇਤੀ ਬਣ ਜਾਂਦੀ। ਤੇ ਉਸ ਬੰਦੇ ਨੇ ਪ੍ਰੈਸ਼ਰ ਕੁੱਕਰ ਦੀ ਕਾਢ ਕੱਢ ਜੀ, ਜਿਹਨੂੰ ਆਪਾਂ ਅੱਜ ਕੱਲ੍ਹ ਪ੍ਰੈਸ਼ਰ ਕੁੱਕਰ। ਉਹ ਘਟਨਾ ਇਹ ਵਾਪਰੀ ਵੀ ਦਾਲ ਪਹਾੜ ਤੇ ਉਹਨਾਂ ਚਿਰ ਨਹੀਂ ਬਣੀ ਜਿੰਨੇ ਕਿੱਥੇ ਬਣਦੀ। ਉਹ ਇਸ ਘਟਨਾ ਤੋਂ ਉਹਨੇ ਅੱਗੇ ਹਾਈਪੋਥੀਸਿਸ ਬਣਾਇਆ, ਫਿਰ ਉਹਦੀ ਪੜਤਾਲ ਕੀਤੀ, ਫਿਰ ਉਹਦਾ ਸਿੱਟਾ ਕੱਢਿਆ, ਫਿਰ ਉਹਨੇ ਬਾਰ-ਬਾਰ ਉਹਦੀ ਪੜਤਾਲ ਕੀਤੀ ਤੇ ਸਿੱਟਾ ਉਹੀ ਨਿਕਲਿਆ। ਉਹ ਇੱਕ ਸਿਧਾਂਤ ਬਣ ਗਿਆ ਜਿਹੜਾ ਦਬਾਅ ਦਾ ਸਿਧਾਂਤ ਹੈ, ਜਿਹਦੇ ਮੁਤਾਬਕ ਪ੍ਰੈਸ਼ਰ ਕੁੱਕਰ ਦਾ
ਸੋ ਇਹ ਦੋਨਾਂ ਦਾ ਫਰਕ ਜਿਹੜਾ ਹੈ ਉਹ ਇਹ ਸਿੱਧ ਕਰਦਾ ਹੈ ਵੀ ਇਹ ਇੱਕ ਵਿਗਿਆਨਕ ਵਿਧੀ ਹੁੰਦੀ ਹੈ, ਇੱਕ ਮਿਥਿਆ ਵਿਧੀ ਹੁੰਦੀ ਹੈ। ਮਿਥਿਆ ਵਿਧੀ ਜਿਹੜੀ ਹੈਗੀ ਹੈ ਉਹਦੀ ਪੜਤਾਲ ਨਹੀਂ ਕੀਤੀ ਹੁੰਦੀ, ਉਹ ਕਿਸੇ ਤੋਂ ਸੁਣੀਆਂ ਸੁਣਾਈਆਂ ਧਾਰਨਾਵਾਂ ਹੁੰਦੀਆਂ ਜਿਹਦੇ ਆਧਾਰ ਦੇ ਉੱਤੇ ਬੰਦਾ ਆਪਣੀ ਲਾਈਫ ਦੇ ਵਿੱਚ ਉਹਨਾਂ ਧਾਰਨਾਵਾਂ ਦੇ ਮੁਤਾਬਕ ਆਪਦੀ ਲਾਈਫ ਚਲਾਉਂਦਾ। ਸੋ ਦੂਜੇ ਪਾਸੇ ਜਿਹੜੀ ਵਿਗਿਆਨਕ ਵਿਧੀ ਹੈ ਇਹ ਜਿਹੜੀ ਵੀ ਘਟਨਾ ਵਾਪਰਦੀ ਹੈ ਉਹਦੇ ਕਾਰਨ ਮਿੱਥਦੀ ਹੈ, ਉਹਦੀ ਪੜਤਾਲ ਕਰਦੀ ਹੈ, ਫਿਰ ਉਹਦਾ ਸਿੱਟਾ ਕੱਢਦੀ ਹੈ, ਫਿਰ ਉਹਦਾ ਬਾਰੇ ਸਿਧਾਂਤ ਕੱਢਦੀ ਹੈ। ਸਿਧਾਂਤ ਜਿਹੜੇ ਹੈਗੇ ਆ ਉਹ ਬਕਾਇਦਾ ਤੌਰ ਦੇ ਉੱਤੇ ਸਰਬ ਮਾਨਿਆ ਹੁੰਦੇ ਆ, ਉਹ ਸਾਰੇ ਥਾਵਾਂ ਦੇ ਉੱਤੇ ਲਾਗੂ ਹੁੰਦੇ ਆ। ਐ ਨਹੀਂ ਵੀ ਉਹ ਇੱਕ ਥਾਂ ਤੇ ਲਾਗੂ ਹੁੰਦੇ ਆ ਜਾਂ ਉੱਥੇ ਨਹੀਂ ਹੁੰਦੇ ਜਾਂ ਉੱਥੇ ਹੁੰਦੇ ਆ। ਸੋ ਇਸ ਕਰਕੇ ਵਿਗਿਆਨ ਦੇ ਜਿਹੜੇ ਸਿਧਾਂਤ ਹੈ ਉਹ ਦੁਨੀਆ ਦੇ ਵਿੱਚ ਇਕਸਾਰ ਹੁੰਦੇ ਆ। ਇਸੇ ਕਰਕੇ ਹੀ ਵਿਗਿਆਨ ਜਿਹੜਾ ਹੈਗਾ ਉਹ ਯੂਨੀਵਰਸਲ ਹੈ ਔਰ ਉਹ ਸਰਵਵਿਆਪੀ ਹੈ। ਹਰੇਕ ਥਾਂ ਦੇ ਉੱਤੇ ਵਿਗਿਆਨ ਦੇ ਸਿਧਾਂਤ ਲਾਗੂ ਹੁੰਦੇ ਆ। ਸੋ ਇੱਕ ਮਿਥਿਆ ਵਿਧੀ ਹੈ, ਇੱਕ ਵਿਗਿਆਨਕ ਵਿਧੀ ਹੈ। ਇਹ ਵਿਧੀਆਂ ਦਾ ਅਸਲ 'ਚ ਵਿਰੋਧ ਜੀ ਜੀ। ਇਸ ਦਾ ਮਤਲਬ ਹੈ ਜਿਹੜਾ ਧਰਮ ਹੈ ਉਹ ਮਿਥਿਆ ਵਿਧੀ ਦੇ ਉੱਪਰ ਚੱਲਦਾ ਅਤੇ ਵਿਗਿਆਨ ਪਰਖ ਦੇ ਉੱਪਰ ਚੱਲਦਾ ਹੈ। ਬਾਰ-ਬਾਰ ਪ੍ਰਯੋਗ ਹੁੰਦੇ ਆ, ਉਹਨਾਂ ਦੀ ਪਰਖ ਹੁੰਦੀ ਆ ਅਤੇ ਐਰਰ ਜਿਹੜੀ ਹੈਗੀ ਆ ਰਿਮੂਵ ਕੀਤੀ ਜਾਂਦੀ ਆ। ਅਤੇ ਇੱਥੇ ਹੀ ਜਿਹੜਾ ਇਹਨਾਂ ਦਾ ਡਿਫਰੈਂਸ ਜਿਹੜਾ ਚੱਲਦਾ। ਪੂਰਾ ਸਿੰਘ ਜੀ, ਅੱਜ ਵਿਗਿਆਨਕ ਸੋਚ ਦੀ ਵਿਗਿਆਨਕ ਦ੍ਰਿਸ਼ਟੀਕੋਣ ਦੀ ਅਸੀਂ ਗੱਲ ਕਰ ਰਹੇ ਹਾਂ। ਜਿਹੜੇ ਦੇਸ਼ਾਂ ਦੇ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਅਪਣਾ ਲਿਆ, ਜਿੱਥੇ ਵਿਗਿਆਨਕ ਸੋਚ ਭਾਰੂ ਆ, ਉਹਨਾਂ ਦੇਸ਼ਾਂ ਨੇ ਤਰੱਕੀ ਕੀਤੀ ਆ। ਅਤੇ ਅਸੀਂ ਵੀ ਗੱਲ ਕਰਦੇ ਹਾਂ ਕਿ ਵਿਗਿਆਨਕ ਸੋਚ ਹਰ ਕਿਸੇ ਨੂੰ ਅਪਣਾਉਣੀ ਚਾਹੀਦੀ ਆ। ਅਤੇ ਵਿਗਿਆਨਕ ਸੋਚ ਦੀ ਜਿਹੜੀ ਅੱਜ ਦੇ ਜ਼ਮਾਨੇ ਦੇ ਵਿੱਚ ਮੁੱਖ ਲੋੜ ਖੜੀ ਹੋ ਰਹੀ ਆ, ਅਸੀਂ ਗੱਲ ਕਰ ਰਹੇ ਹਾਂ, ਇਹਦੀ ਕੁਝ ਵੱਡੇ ਕਾਰਨ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਵਿਗਿਆਨਕ ਸੋਚ ਦੀ ਲੋੜ ਕਿਉਂ ਆ? ਦੇਖੋ ਜੀ, ਜਿਹੜੀਆਂ ਪੁਰਾਣੀਆਂ ਧਾਰਨਾਵਾਂ ਹੈ ਉਹ ਅਬਦਲ ਹੈ, ਬਦਲਦੀਆਂ ਨੇ ਤੇ ਨਾ ਹੀ ਉਹਨੂੰ ਲੋਕ ਬਦਲਣਾ ਚਾਹੁੰਦੇ ਆ। ਸੋ ਜਿਹੜੀ ਜੜਤਾ ਹੈ, ਸਟੈਗਨੇਸ਼ਨ ਜਿਹਨੂੰ ਕਹਿੰਦੇ ਆ, ਉਹ ਵਿਕਾਸ ਦੀ ਦੁਸ਼ਮਣ ਹੈ। ਸਾਡਾ ਸਮਾਜ ਜਿਹੜਾ ਉਹ ਸਦੀਆਂ ਤੋਂ ਸਟੈਗਨੇਸ਼ਨ ਦਾ ਮਤਲਬ ਸ਼ਿਕਾਰ ਹੈ, ਖੜੋਤ ਦਾ ਸ਼ਿਕਾਰ ਹੈ ਵਿਚਾਰਧਾਰਕ ਤੌਰ ਤੇ ਜੀ। ਜਿਹੜੇ ਹੁਣ ਦਰਵਾਜ਼ੇ ਦੀ ਚੂਲ ਨਹੀਂ ਹਿਲਦੀ ਉਹਨੂੰ ਸਿਉਂਕ ਲੱਗ ਜਾਂਦੀ ਹੈ, ਜਿਹੜੇ ਥਾਂ ਤੇ ਝਾੜੂ ਨਹੀਂ ਲੱਗਦਾ ਉੱਥੇ ਕਰਕਟ ਇਕੱਠਾ ਹੋ ਜਾਂਦਾ। ਸੋ ਵਿਚਾਰਾਂ ਦੇ ਪੱਧਰ ਦੇ ਉੱਤੇ, ਧਾਰਨਾਵਾਂ ਦੇ ਪੱਧਰ ਦੇ ਉੱਤੇ ਜਿਹੜਾ ਪ੍ਰਦੂਸ਼ਣ ਹੈ, ਇਹ ਜਿਹੜਾ ਕੂੜਾ ਹੈ, ਇਹ ਰੋਲ ਕੇ ਬਾਹਰ ਫਿੱਕਣਾ ਜ਼ਰੂਰੀ ਹੈ ਜੀ। ਤੇ ਅਸੀਂ ਇਹ ਕੂੜਾ ਕਰਕਟ ਤੱਕ ਹੁੰਝਿਆ ਨਹੀਂ। ਇਸ ਕਰਕੇ ਸਾਡਾ ਦੇਸ਼ ਜਿਹੜਾ ਉਹ ਪਛੜਿਆ, ਮਤਲਬ ਪਛੜੇ ਮੁਲਕਾਂ 'ਚ ਇਹਦਾ ਸ਼ੁਮਾਰ ਹੁੰਦਾ ਹੈ, ਪਛੜੇ ਦੇ ਮੁਲਕਾਂ 'ਚ ਗਿਣਿਆ ਜਾਂਦਾ। ਸੋ ਝਾੜੂ ਜਿਹੜਾ ਹੈ, ਮਤਲਬ ਇਹ ਕੂੜਾ ਕਰਕਟ ਨੂੰ ਹੁੰਝਣ ਦਾ ਉਹ ਹੈਗਾ ਤਰਕ ਜੀ, ਉਹ ਹੈਗੀ ਹੈ ਲੌਜਿਕ, ਦਲੀਲ, ਔਰ ਆਪਾਂ ਇਦੋਂ ਵੀ ਅੱਗੇ ਕਹੀਏ ਤਾਂ ਵਿਵੇਕ ਜੀ। ਇਹ ਜਿਹੜਾ ਵਿਵੇਕ ਹੈ ਇਹੀ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਪੈਦਾ ਕਰਦਾ ਹੈ। ਜਦੋਂ ਬੰਦੇ ਦੇ ਵਿੱਚ ਜਿਗਿਆਸਾ ਪੈਦਾ ਹੁੰਦੀ ਹੈ, ਉਹ ਹਰ ਘਟਨਾ ਦੀ ਪੜਤਾਲ ਕਰਨ ਵਾਲੇ ਪਾਸੇ ਜਾਂਦਾ ਹੈ ਤੇ ਉਹ ਗਲਤ ਗੱਲਾਂ, ਜਿਹੜੀਆਂ ਗਲਤ ਧਾਰਨਾਵਾਂ ਉਹਨਾਂ ਨੂੰ ਛੱਡ ਦਿੰਦਾ ਹੈ, ਜਿਹੜੀਆਂ ਗਲਤ ਸਿੱਧ ਹੋ ਜਾਂਦੀਆਂ। ਪਰ ਜਿਹੜਾ ਸਮਾਜ ਪਿਛੜ ਖੋਰਾ ਚੱਲਦਾ ਹੈ, ਪਿੱਛੇ ਨੂੰ ਚੱਲਦਾ ਹੈ, ਆਪਣੇ ਸ੍ਰਿਸ਼ਟੀ ਨੂੰ, ਸਮਾਜ ਨੂੰ ਗਤੀਸ਼ੀਲ ਨਹੀਂ ਮੰਨਦਾ ਤੇ ਨਾਲ ਦੀ ਨਾਲ ਪਿਛਲੀਆਂ ਗਲਤ ਧਾਰਨਾਵਾਂ ਦਾ ਐਨਾਲਿਸਿਸ ਨਹੀਂ ਕਰਦਾ, ਉਹਦਾ ਵਿਸ਼ਲੇਸ਼ਣ ਨਹੀਂ ਕਰਦਾ ਤੇ ਉਹਨਾਂ ਧਾਰਨਾਵਾਂ ਨੂੰ ਮੰਨੀ ਜਾਂਦਾ ਹੈ। ਸੋ ਇਸ ਕਰਕੇ ਉਹ ਸੱਚਾਈ ਤੋਂ ਦੂਰ ਰਹਿੰਦਾ ਹੈ, ਸੱਚਾਈ ਦੇ ਨੇੜੇ ਨਹੀਂ ਪਹੁੰਚਦਾ ਤੇ ਸੱਚ ਜਿਹੜਾ ਹੈਗਾ ਉਹਨੂੰ ਜਦੋਂ ਉਹਦੇ ਮੁਤਾਬਕ ਨਹੀਂ ਚੱਲਿਆ ਜਾਂਦਾ ਤਾਂ ਉਹਦੇ ਨਾਲ ਨੁਕਸਾਨ ਵੀ ਹੁੰਦੇ ਹੈ ਤੇ ਪਛੜਿਆਪਣ ਵੀ ਦਿਖਾਉਂਦਾ। ਸੋ ਅਗਿਆਨਤਾ ਦਾ ਜਿਹੜਾ ਜ਼ਹਿਰ ਹੈ ਨਾ, ਇਹਦਾ ਨਿਯਮਤ ਤੌਰ ਤੇ ਲਗਾਤਾਰ ਇਹਦਾ ਨਿਸ਼ਕਾਸ਼ਨ ਕਰਨਾ ਜ਼ਰੂਰੀ ਹੈ। ਤੇ ਨਹੀਂ ਤਾਂ ਕੀ ਹੋਊ, ਜੇ ਨਹੀਂ ਕਰਾਂਗੇ ਆਪਾਂ ਤੇ ਫਿਰ ਦੁਰਗਤੀ ਹੋਊਗੀ, ਪ੍ਰਗਤੀ ਨਹੀਂ ਹੋਊਗਾ। ਸੋ ਅਸੀਂ ਪਿੱਛੇ ਨੂੰ ਜਾਵਾਂਗੇ, ਅੱਗੇ ਨੂੰ ਨਹੀਂ ਜਾ ਸਕਦੇ। ਹੁਣ ਜਿਵੇਂ ਭੋਜਨ ਹੈ, ਭੋਜਨ ਆਪਾਂ ਭੋਜਨ ਕਰਦੇ ਹਾਂ ਤੇ ਫੋਕਟ ਪਦਾਰਥ ਬਾਹਰ ਕੱਢਦੇ ਹਾਂ, ਜੇ ਨਹੀਂ ਕੱਢਦੇ ਤਾਂ ਫਿਰ ਪ੍ਰਾਣ ਸੰਕਟ ਪੈਦਾ ਹੋ ਜਾਂਦਾ ਜੀ। ਇਸੇ ਤਰ੍ਹਾਂ ਹੀ ਜਿਹੜੇ ਨਵੇਂ ਵਿਚਾਰ ਹੈ ਉਹਨੂੰ ਗ੍ਰਹਿਣ ਨਹੀਂ ਕਰਦੇ, ਪੁਰਾਣਿਆਂ ਨੂੰ ਨਹੀਂ ਛੱਡਦੇ ਤੇ ਫਿਰ ਵਿਚਾਰ ਸੰਕਟ ਖੜਾ ਹੋ ਜਾਂਦਾ। ਸੋ ਇਸ ਕਰਕੇ ਭਾਰਤੀ ਸਮਾਜ ਜਿਹੜਾ ਹੈਗਾ, ਇਹਨੇ ਜੇ ਤਰੱਕੀ ਨਹੀਂ ਕੀਤੀ ਤਾਂ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਸਾਡਾ ਸਮਾਜ ਜੜਤਾ ਦਾ ਸ਼ਿਕਾਰ ਹੈ। ਇਹਨੂੰ ਇਹ ਪਤਾ ਹੀ ਨਹੀਂ ਵੀ ਕੀ ਛੱਡਣਾ ਹੈ ਤੇ ਕੀ ਨਹੀਂ। ਸੋ ਇਹ ਜਿਹੜੀ ਗੱਲ ਹੈ, ਇਹ ਤਰਕਸ਼ੀਲਤਾ ਹੀ ਦੱਸੂ ਕਿ ਕਿਹੜੀ ਚੀਜ਼ ਛੱਡਣ ਯੋਗ ਹੈ, ਕਿਹੜੀ ਚੀਜ਼ ਨਹੀਂ ਛੱਡਣ ਦਿਓ। ਸੋ ਆਪਾਂ ਜੇ ਆਪਾਂ ਪਹਿਲਾਂ ਜਿਵੇਂ ਗਿਆਨ ਤੋਂ ਗੱਲ ਸ਼ੁਰੂ ਕੀਤੀ ਸੀ ਆਪਾਂ,
ਹੁਣ ਗਿਆਨ ਟੋਟਲ ਇਨਫੋਰਮੇਸ਼ਨ ਹੈ, ਉਹ ਗਲਤ ਹੈ ਜਾਂ ਠੀਕ ਹੈ ਵੱਖਰੀ ਗੱਲ ਹੈ। ਔਰ ਜੇ ਉਹ ਸਹੀ ਇਨਫੋਰਮੇਸ਼ਨ ਹੋਵੇ ਗਿਆਨ ਦੇ ਵਿੱਚ, ਜਿੰਨੀ ਉਹਦੀ ਮਾਤਰਾ ਸਹੀ ਹੋਊਗੀ ਉਹਦੇ ਨਾਲ ਸਾਡੀ ਬੁੱਧੀ ਜਿਹੜੀ ਹੈਗੀ ਆ ਉਹ ਵੱਧ ਜੂ ਜੀ। ਤੇ ਅੱਗੇ ਜਿਹੜਾ ਵਿਵੇਕ ਹੈ ਉਹ ਇਹ ਹੈ ਵੀ ਗਿਆਨ ਹੀ ਹੈ, ਸਾਡੀ ਬੁੱਧੀ ਦੀ ਵਰਤੋਂ ਕਰਦੇ ਹੋਏ ਸਮੇਂ ਤੇ ਸਥਾਨ ਮੁਤਾਬਕ ਸਹੀ ਫੈਸਲਾ ਲੈਣ ਦੀ ਹੈ ਜਿਹੜੀ ਸ਼ਕਤੀ ਹੈ ਉਹਨੂੰ ਵਿਵੇਕ ਕਹਿੰਦੇ ਆ। ਤੋ ਇਸ ਕਰਕੇ ਜਿਹੜੇ ਲੋਕ ਵਿਵੇਕਸ਼ੀਲ ਨਹੀਂ ਹੁੰਦੇ, ਜਿਹੜੇ ਗਿਆਨ ਨੂੰ, ਪਹਿਲੀ ਗੱਲ ਤਾਂ ਸਾਡੇ ਤਾਂ ਕੋਈ ਪ੍ਰਾਪਤ ਹੀ ਨਹੀਂ ਕਰਦਾ, ਸਾਡੇ ਤਾਂ ਵਿਗਿਆਨ ਦਾ ਜਿਹੜਾ ਲੈਵਲ ਹੈ ਲੋਕਾਂ ਦਾ ਉਹ ਬਹੁਤ ਨੀਵਾਂ ਹੈ। ਤੇ ਉਸ ਤੋਂ ਬਾਅਦ ਜੇ ਗਿਆਨ ਦਾ ਲੈਵਲ ਨੀਵਾਂ ਹੋਊਗਾ, ਸੱਚੇ ਗਿਆਨ ਦਾ ਲੈਵਲ ਨੀਵਾਂ ਹੋਊਗਾ ਤੇ ਬੁੱਧੀ ਘੱਟ ਹੋਊ। ਤੇ ਬੁੱਧੀ ਇੱਕ ਵੋਲਟੇਜ ਵਾਂਗੂ ਹੈ, ਅੱਡ-ਅੱਡ ਬੰਦਿਆਂ 'ਚ ਜਿੰਨਾ ਕਿਸੇ 'ਚ ਗਿਆਨ ਵੱਧਦਾ ਹੈ ਉਹਦੀ ਜਿਹੜੀ ਬੁੱਧੀ ਜ਼ਿਆਦਾ ਹੋਊਗੀ, ਉਹਦੀ ਕੰਮ ਕਰਨ ਦੀ ਕਪੈਸਿਟੀ ਜ਼ਿਆਦਾ ਹੋਊਗੀ, ਉਹਦੀ ਸੋਚਣ ਦੀ ਕਪੈਸਿਟੀ ਜ਼ਿਆਦਾ ਹੋਊ, ਉਹਦੇ ਐਨਾਲਿਸਿਸ ਕਰਨ ਦੀ ਪਾਵਰ ਜ਼ਿਆਦਾ ਹੋਊ। ਤੋ ਉਸ ਦੇ ਮੁਤਾਬਕ ਫਿਰ ਅੱਗੇ ਉਹ ਸਮੇਂ ਤੇ ਸਥਾਨ ਮੁਤਾਬਕ ਜਿਹੜਾ ਸਹੀ ਫੈਸਲਾ ਫੇਰ ਹੀ ਲੈ ਸਕੂਗਾ ਜੀ। ਤੋ ਗਿਆਨੀ ਭਾਵੇਂ ਹੋਵੇ ਹੀ ਬੰਦਾ, ਪਰ ਜੇ ਉਹਦੇ 'ਚ ਵਿਵੇਕ ਨਹੀਂ, ਉਹਦੇ 'ਚ ਐਨਾਲਿਸਿਸ ਕਰਨ ਦੀ ਪਾਵਰ ਨਹੀਂ, ਤੇ ਫੇਰ ਵੀ ਗਲਤ ਨਹੀਂ ਹੋ ਸਕਦਾ। ਤੋ ਇਹ ਜਿਹੜਾ ਸਿਸਟਮ ਹੈ ਹਿੰਦੁਸਤਾਨ ਦੇ ਵਿੱਚ ਹਾਲੇ ਵੀ ਜਿਹੜਾ, ਜੇ ਇੱਥੇ ਅੰਧ ਵਿਸ਼ਵਾਸ ਹੈ, ਜੇ ਇੱਥੇ ਗਲਤ ਧਾਰਨਾਵਾਂ ਨਾਲ ਲੋਕ ਚੁੰਬੜੇ, ਗਲਤ ਰੀਤੀਆਂ ਨਾਲ, ਗਲਤ ਰਸਮਾਂ ਨਾਲ ਲੋਕ ਚੁੰਬੜੇ, ਉਹਨਾਂ ਨੂੰ ਛੱਡਦੇ ਨਹੀਂ, ਪਰੰਪਰਾ ਨੂੰ ਉਸੇ ਤਰ੍ਹਾਂ ਹੀ ਨਿਭਾਉਂਦੇ ਆਉਂਦੇ ਆ। ਤੇ ਹਿੰਦੁਸਤਾਨ ਦੇ ਵਿੱਚ ਇਸੇ ਕਰਕੇ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਜਿੰਨੀਆਂ ਖੋਜਾਂ ਹੋਈਆਂ ਉਹ ਹਿੰਦੁਸਤਾਨ ਦੇ ਵਿੱਚ ਹੋਈਆਂ ਹੀ ਨਹੀਂ, ਬਾਹਰ ਹੋਈਆਂ ਸਾਰੀਆਂ। ਦੂਜੀ ਗੱਲ ਜੇ ਆਪਾਂ ਦੇਖੀਏ ਇਤਿਹਾਸ ਦੇ ਵਿੱਚ ਤਾਂ ਸਦੀਆਂ ਤੋਂ ਹਿੰਦੁਸਤਾਨ ਗੁਲਾਮੀ ਹਟਾਉਂਦਾ ਆ ਰਿਹਾ। ਥੋੜੇ ਜਿਹੇ ਬੰਦੇ ਲੈ ਕੇ ਪੱਛਮ ਵੱਲੋਂ ਆ ਗਿਆ ਤੇ ਉਹ ਸਾਡੇ ਤੇ ਕਬਜ਼ਾ ਕਰ ਗਿਆ, ਇੱਕ ਹੀ ਉਹ ਮਤਲਬ ਕਬਜ਼ਾ ਕਰਕੇ ਬਹਿ ਗਿਆ ਤੇ ਹਜ਼ਾਰਾਂ ਸਾਲ ਸਾਡੇ ਤੇ ਵਿਦੇਸ਼ੀ ਧਾੜ ਵੀ ਉਹ ਰਾਜ ਕਰਦੇ ਰਹੇ, ਕਿਉਂਕਿ ਅਸੀਂ ਉਹਨਾਂ ਗਲਤ ਧਾਰਨਾਵਾਂ ਨਾਲ ਜੁੜੇ ਹੋਏ ਸੀ। ਉਹਨਾਂ ਨੇ ਤਕਰੀਬਨ 15ਵੀਂ ਸਦੀ ਤੋਂ ਬਾਅਦ ਯੂਰਪ ਦੇ ਵਿੱਚ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ, ਉਹਨਾਂ ਨੇ ਵਧੀਆ ਹਥਿਆਰ ਬਣਾ ਲਏ, ਉਹਨਾਂ ਕੋਲੇ ਗਿਆਨ ਸਾਡੇ ਨਾਲੋਂ ਬਹੁਤ ਜ਼ਿਆਦਾ ਹੋ ਗਿਆ ਜਿਹੜਾ ਸੱਚਾ ਸੀ। ਔਰ ਉਸ ਗਿਆਨ ਦੇ ਸਹਾਰੇ ਉਹਨਾਂ ਨੇ ਇਹੋ ਜਿਹੀਆਂ ਸਟ੍ਰੈਟਜੀਜ਼ ਬਣਾਈਆਂ, ਇਹੋ ਜਿਹੀਆਂ ਮਤਲਬ ਮੁਹਿੰਮਾਂ ਸ਼ੁਰੂ ਕੀਤੀਆਂ ਤੇ ਉਹਨਾਂ ਨੇ ਦੁਨੀਆ ਸਾਰੀ ਗਾਹਤੀ, ਸਾਰੇ ਸਮੁੰਦਰ ਗਾਹਤੇ। ਉਹਨਾਂ ਕੋਲੇ ਸਾਡੇ ਨਾਲ ਵਧੀਆ ਬੇੜੇ ਸੀ, ਉਹਨਾਂ ਕੋਲੇ ਤੋਪਾਂ ਸੀ, ਸਾਡੇ ਲੋਕ ਉਦੋਂ ਤੀਰ ਕਮਾਨ ਚੱਕੀ ਫਿਰਦੇ ਸੀ। ਤੋ ਵਿਗਿਆਨ ਦੇ ਨਾਲ ਉਹਨਾਂ ਨੇ ਜੋ ਕੁਛ ਵੀ ਸੀ ਇੱਥੇ ਉਹਦੇ 'ਚ ਡਿਵੈਲਪਮੈਂਟ ਕਰ ਲਈ ਤੇ ਉਹ ਬੌਧਿਕ ਤੌਰ ਤੇ ਵੀ ਡਿਵੈਲਪ ਹੋ ਗਏ, ਪਦਾਰਥਕ ਤੌਰ ਤੇ ਵੀ ਡਿਵੈਲਪ ਹੋ ਗਏ, ਔਰ ਮਤਲਬ ਸਰੀਰਕ ਤੌਰ ਤੇ ਵੀ ਸਾਡੇ ਨਾਲ ਤਕੜੇ ਹੋ ਗਏ। ਇਸ ਕਰਕੇ ਉਹ ਸਾਡੇ ਤੇ ਕਬਜ਼ਾ ਕਰ ਗਏ। ਅਸੀਂ ਜਿਹੜੇ ਸੀ ਗਲਤ ਧਾਰਨਾਵਾਂ ਜੁੜੇ ਸੀ, ਅਸੀਂ ਅੰਧ ਵਿਸ਼ਵਾਸਾਂ 'ਚ ਕਰਦੇ ਸੀ, ਸਾਨੂੰ ਅਸਲੀਅਤ ਬਾਰੇ ਪਤਾ ਹੀ ਨਹੀਂ ਸੀ, ਸਾਨੂੰ ਦੁਨੀਆ ਬਾਰੇ ਹੀ ਨਹੀਂ ਪਤਾ ਸੀ, ਸਾਡੇ ਸਮੇਂ ਬਾਰੇ ਸਾਡੀਆਂ ਧਾਰਨਾਵਾਂ ਗਲਤ ਸੀ, ਔਰ ਭੂਗੋਲਿਕ ਤੌਰ ਤੇ ਸਾਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਸੀ, ਸਾਡੇ ਕੋਲ ਵਧੀਆ ਨਕਸ਼ੇ ਨਹੀਂ ਸੀ। ਯਾਨੀ ਉਹਨਾਂ ਨੇ ਹਿੰਦੁਸਤਾਨ ਦੇ ਉੱਤੇ ਜੇ ਕਬਜ਼ਾ ਕੀਤਾ ਤੇ ਉਹਦਾ ਸਿਰਫ ਕਾਰਨ ਇਹ ਸੀ ਕਿ ਸਰਵਪੱਖੀ ਸਾਡਾ ਵਿਕਾਸ ਨਹੀਂ ਹੋਇਆ, ਅਸੀਂ ਪਛੜੇ ਜੀ। ਪਛੜਿਆ ਪਤਾ ਜਿਹੜਾ ਇਹ ਸਾਡੇ ਸਾਹਮਣੇ ਆ ਰਿਹਾ ਜੀ। ਪੂਰਾ ਸਿੰਘ ਜੀ, ਵਿਗਿਆਨਕ ਸੋਚ ਦੀ ਜਿਸ ਤਰ੍ਹਾਂ ਲੋੜ ਤੁਸੀਂ ਦੱਸੀ ਹੈਗੀ ਆ ਕਿ ਮੌਜੂਦਾ ਜੀਵਨ ਦੇ ਵਿੱਚ, ਮੈਂ ਤਾਂ ਇਹਨੂੰ ਇੱਥੇ ਤੱਕ ਕਹਾਂਗਾ ਕਿ ਗਿਆਨ ਜਦੋਂ ਤੱਕ ਵਿਗਿਆਨ ਨਹੀਂ ਬਣਦਾ, ਮੇਰੇ ਖਿਆਲ ਦੇ ਵਿੱਚ ਤੁਹਾਨੂੰ ਰਸਤਾ ਹੀ ਨਹੀਂ ਦਿਖਦਾ ਹੈਗਾ। ਕਿਉਂਕਿ ਜਦੋਂ ਤੱਕ ਤੁਸੀਂ ਚੀਜ਼ਾਂ ਨੂੰ ਇੱਕ ਰੌਸ਼ਨੀ ਦੇ ਵਿੱਚ ਦੇਖਦੇ ਨਹੀਂ ਹੈਗੇ, ਤੁਹਾਨੂੰ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਤੇ ਤੁਸੀਂ ਉਹਨਾਂ ਬਾਰੇ ਫੈਸਲੇ ਨਹੀਂ ਲੈ ਸਕਦੇ। ਪੂਰਾ ਸਿੰਘ ਜੀ, ਸਾਨੂੰ ਇਹ ਵੀ ਦੱਸਿਏ ਕਿ ਅੱਜ ਅਸੀਂ ਵਿਗਿਆਨਕ ਸੋਚ ਦੀ ਗੱਲ ਕਰ ਰਹੇ ਹਾਂ, ਦ੍ਰਿਸ਼ਟੀਕੋਣ ਦੀ ਗੱਲ ਕਰ ਰਹੇ ਹਾਂ। ਜਿੱਦਾਂ ਕਿ ਸਾਡਾ ਸਮਾਜ ਦਾ, ਸਾਡਾ ਪਰਿਵਾਰਕ ਜਿਹੋ ਜਿਹਾ ਸਿਸਟਮ ਹੈਗਾ, ਉਹਦੇ ਵਿੱਚ ਵਿਗਿਆਨਕ ਸੋਚ ਬਣਾਉਣਾ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਬੱਚਾ ਨਾਸਤਿਕ ਜੰਮਦਾ, ਲੇਕਿਨ ਅਸੀਂ ਉਸ ਨੂੰ ਕਰਮਕਾਂਡਾਂ ਦੇ ਵਿੱਚ ਪਾ ਕੇ ਇੱਕ ਅੰਧ ਵਿਸ਼ਵਾਸਾਂ ਦੇ ਵੱਲ ਨੂੰ ਲੈ ਜਾਂਦੇ ਹਾਂ। ਪਹਿਲਾਂ ਬੱਚਾ ਸਵਾਲ ਕਰਦਾ ਹੁੰਦਾ ਕੀ, ਕਿਉਂ, ਕਿਵੇਂ, ਕਿੰਤੂ ਪਰੰਤੂ ਦੇ, ਲੇਕਿਨ ਹੌਲੀ ਹੌਲੀ ਅਸੀਂ ਉਹਦੇ ਸਵਾਲ ਜਿਹੜੇ ਹੈਗੇ ਨੇ ਖਤਮ ਕਰ ਦਿੰਦੇ ਹਾਂ। ਇਸ ਦੇ ਵਿੱਚ, ਇਸ ਪ੍ਰੋਸੈਸ ਦੇ ਵਿੱਚ ਜੇ ਕੋਈ ਜਗਿਆਸਾ ਛਿੜ ਜਾਂਦੀ ਆ ਤੇ ਉਹ ਗਿਆਨ ਦੇ ਰਸਤੇ ਵੱਲ ਤੁਰ ਜਾਂਦਾ ਤਾਂ ਵਿਗਿਆਨਕ ਦੇ ਸੋਚ ਤੱਕ ਪਹੁੰਚ ਜਾਂਦਾ। ਪਰ ਬੜੀ ਵਾਰੀ ਇਹ ਵੀ ਦੇਖਿਆ ਗਿਆ ਕਿ ਸਾਡੇ ਸਮਾਜ ਦੇ ਸਿਸਟਮ ਦੇ ਵਿੱਚ ਉਹਨਾਂ ਦੀ ਜਿਹੜੀ ਸੋਚ ਹੈਗੀ ਆ ਉਹ ਖਤਮ ਕਰ ਦਿੱਤੀ ਜਾਂਦੀ ਆ। ਤੇ ਹੁਣ ਇਸ ਸਿਸਟਮ ਦੇ ਵਿੱਚ ਸਾਨੂੰ ਤੁਸੀਂ ਦੱਸੋ ਕਿ ਵਿਗਿਆਨਕ ਸੋਚ ਕਿਵੇਂ ਬਣਾਈ ਜਾ ਸਕਦੀ ਹੈ ਇਸ ਦੇ ਵਿੱਚ, ਤੇ ਉਹਦੇ ਲਈ ਕੀ ਸਿਸਟਮ ਜਿਹੜੇ ਸਾਡੇ ਨੌਜਵਾਨ ਨੇ, ਸਾਡੇ ਭੈਣ ਭਰਾ ਨੇ,
ਕਿਸ ਤਰੀਕੇ ਨਾਲ ਜੇ ਉਹਨਾਂ ਦੇ ਵਿੱਚ ਕੋਈ ਸਵਾਲ ਆਉਂਦੇ ਨੇ ਤਾਂ ਉਹ ਕਿੱਥੋਂ ਸਵਾਲ, ਉਹਨਾਂ ਦੇ ਸਵਾਲਾਂ ਦੇ ਜਵਾਬ ਲੱਭਣ, ਸਵਾਲ ਕਿੱਦਾਂ ਪੈਦਾ ਹੋਣ, ਤੇ ਉਹਨੂੰ ਵਿਗਿਆਨਕ ਦ੍ਰਿਸ਼ਟੀਕੋਣ ਦੇ ਵਿੱਚ ਦੀ ਲੰਘਦੇ ਹੋਏ ਜਿਹੜੀ ਉਹਨਾਂ ਦੀ ਸੋਚ ਹੈਗੀ ਆ ਵਿਗਿਆਨਕ ਸੋਚ ਕਿਵੇਂ ਡਿਵੈਲਪ ਕਰਨ, ਸਾਨੂੰ ਇਹ ਵੀ ਦੱਸੋ ਤੁਸੀਂ। ਦੇਖੋ ਬਿਲਕੁਲ ਸਹੀ ਹੈ, ਜਿਹੜਾ ਬੱਚਾ ਹੈ ਜਦੋਂ ਪੈਦਾ ਹੁੰਦਾ ਹੈ ਉਹਦੇ 'ਚ ਬਹੁਤ ਜ਼ਿਆਦਾ ਜਿਗਿਆਸਾ ਹੁੰਦੀ, ਉਹ ਲਗਾਤਾਰ ਸਵਾਲ ਪੁੱਛਦਾ ਹੈ। ਕਈ ਦਫਾ ਅਸੀਂ ਉਹ ਤੋਂ ਅੱਕ ਜਾਂਦੇ ਹਾਂ। ਤੇ ਇੱਕ ਗੱਲ ਨਾਲ ਹੋਰ ਹੁੰਦੀ ਹੈ ਬੱਚੇ ਦੇ ਵਿੱਚ, ਨੇਚਰ ਦੀ, ਪ੍ਰਕਿਰਤੀ ਦੀ, ਇਹ ਬੱਚੇ ਦੇ ਵਿੱਚ ਪ੍ਰਕਿਰਤੀ ਤੋਂ ਹੀ ਇਹ ਗੱਲ ਹੁੰਦੀ ਹੈ। ਉਹਨੂੰ ਆਪਾਂ ਕਹਾਂਗੇ ਵੀ ਤੁਹਾਡਾ ਟੋਆ ਇਹਦੇ ਵਿੱਚ ਡਿੱਗ ਪਏਗਾ, ਪਰ ਬੱਚਾ ਮੰਨਦਾ ਨਹੀਂ, ਉਹ ਬਾਰ-ਬਾਰ ਮਤਲਬ ਟੋਏ ਵੱਲ ਨੂੰ ਜਾਂਦਾ ਹੈ, ਫਿਰ ਅਖੀਰ ਉਹਦੇ ਵਿੱਚ ਡਿੱਗ ਕੇ ਦੇਖਦਾ ਹੈ, ਉਹ ਕੋਸ਼ਿਸ਼ ਕਰਦਾ ਹੈ, ਉਹਦੇ ਸੱਟ ਫੇਟ ਵੀ ਲੱਗ ਸਕਦੀ ਹੈ, ਉਹ ਆਪਦੀ ਜਿਹੜੀ ਤਜਰਬੇ 'ਚੋਂ ਮੰਨਦਾ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਜਾਣ ਕੇ ਨਹੀਂ ਮੰਨਦੇ, ਬੱਚਾ ਜਾਣ ਕੇ ਮੰਨਦਾ, ਪਹਿਲਾਂ ਜਾਣਦਾ ਹੈ ਫਿਰ ਉਹ ਮੰਨਦਾ ਹੈ। ਨਹੀਂ ਉਹਨਾਂ ਚਿਰ ਉਹ ਆਪਦੀ ਧਾਰਨਾ ਨਹੀਂ ਬਣਾਉਂਦਾ ਜਿੰਨਾ ਚਿਰ ਉਹਨੂੰ ਉਹ ਪ੍ਰੈਕਟਿਸ ਦੇ ਵਿੱਚ ਨਹੀਂ ਲਿਆਉਂਦਾ। ਸੋ ਇਸ ਕਰਕੇ ਬੱਚੇ ਨੂੰ ਅਸੀਂ ਹੌਲੀ ਹੌਲੀ ਲਾਈ ਲੱਗ ਬਣਾ ਦਿੰਦੇ। ਉਹ ਲਾਈ ਲੱਗ ਤਾਂ ਕਿੱਥੋਂ ਆਉਂਦੀ ਹੈ, ਉਹ ਆਸੇ ਪਾਸੇ ਤੋਂ ਹੀ ਆਉਂਦੀ ਹੈ। ਸਾਡੇ ਜਿਹੜੇ ਸੰਵਿਧਾਨ ਹੈ, ਸੰਵਿਧਾਨ ਦੇ ਵਿੱਚ ਵੀ ਇਹ ਲਿਖਿਆ ਹੋਇਆ ਬਕਾਇਦਾ ਤੌਰ ਤੇ ਵੀ ਹਰੇਕ ਨਾਗਰਿਕ ਦਾ ਫਰਜ਼ ਹੈ ਵੀ ਉਹ ਵਿਗਿਆਨਕ ਦ੍ਰਿਸ਼ਟੀਕੋਣ ਡਿਵੈਲਪ ਕਰਨ ਦੇ ਵਿੱਚ ਮਤਲਬ ਆਪਣਾ ਯੋਗਦਾਨ ਪਾਵੇ। ਪਰ ਰੌਲਾ ਇੱਥੇ ਇਹ ਹੈ ਵੀ ਇੱਥੇ ਜਿਹੜੇ ਰਾਜ ਕਰਦਾ ਸ਼੍ਰੇਣੀਆਂ ਹੈ ਉਹ ਸਮਾਜ ਦਾ ਵਿਗਿਆਨਕ ਦ੍ਰਿਸ਼ਟੀਕੋਣ ਡਿਵੈਲਪ ਨਹੀਂ ਹੋਣ ਦੇਣਾ ਚਾਹੁੰਦੀਆਂ। ਕਿਉਂ ਨਹੀਂ ਡਿਵੈਲਪ ਹੋਣ ਦੇਣਾ ਚਾਹੁੰਦੀਆਂ? ਕਿਉਂਕਿ ਇਹ ਉਹਨਾਂ ਦੇ ਹਿੱਤ 'ਚ ਹੈ। ਉਹਨਾਂ ਨੂੰ ਇਹ ਹੈ ਵੀ ਲੋਕ ਜਿਹੜੇ ਹੈਗੇ ਆ ਇਸ ਭੰਬਲ ਭੂਸੇ 'ਚ ਫਸੇ ਰਹਿਣ ਤੇ ਅਸੀਂ ਮਤਲਬ ਆਰਾਮ ਦੇ ਨਾਲ ਇਹਨਾਂ ਦੀ ਜਿਹੜੀ ਸ਼ੋਸ਼ਣ ਵਗੈਰਾ ਕਰਦੇ ਰਹੀਏ। ਸੋ ਜਿਹੜਾ ਇਹ ਵਿਚਾਰਕ ਪ੍ਰਦੂਸ਼ਣ ਹੈ ਅਸਲ 'ਚ ਝੂਠ ਜਿਹੜਾ ਹੈ, ਜੇ ਝੂਠ ਸਮਾਜ ਦੇ ਵਿੱਚ ਸਥਾਪਿਤ ਹੈ, ਇਹਦਾ ਮਤਲਬ ਹੈ ਵੀ ਸਮਾਜ ਜਿਹੜਾ ਉਹ ਪ੍ਰਦੂਸ਼ਿਤ ਹੈ ਜੀ ਵਿਚਾਰਾਂ ਦੇ ਪੱਧਰ। ਹੁਣ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਾਂ ਵੀ ਬੰਦੇ ਨੂੰ ਸਰੀਰਕ ਤੌਰ ਤੇ ਬੇਸਿਕ ਲੋੜਾਂ ਕਿਹੜੀਆਂ? ਸਭ ਤੋਂ ਪਹਿਲਾਂ ਬੰਦੇ ਨੂੰ ਲੋੜ ਹੈ ਹਵਾ ਜੀ। ਹਵਾ ਬਿਨਾਂ ਬੰਦਾ 5-4 ਮਿੰਟ ਵੀ ਨਹੀਂ ਜਿਉਂਦਾ ਰਹਿ ਸਕਦਾ ਜੇ ਹਵਾ ਨਹੀਂ ਮਿਲਦੀ ਤਾਂ। ਤੇ ਜੇ ਹਵਾ ਸਹੀ ਨਹੀਂ ਮਿਲਦੀ ਤਾਂ ਉਹਦਾ ਨੁਕਸਾਨ ਹੁੰਦਾ ਹੈ। ਇਸੇ ਤਰ੍ਹਾਂ ਹੀ ਪਾਣੀ ਹੈ। ਪਾਣੀ ਜੇ ਕੁਝ ਘੰਟੇ ਨਾ ਮਿਲੇ ਤੇ ਬੰਦਾ ਮਰ ਜਾਂਦਾ ਹੈ। ਉਸ ਤੋਂ ਬਾਅਦ ਫਿਰ ਆਉਂਦੀ ਹੈ ਖੁਰਾਕ। ਜੇ ਉਹ ਸ਼ੁੱਧ ਨਹੀਂ, ਉਹ ਪ੍ਰਦੂਸ਼ਿਤ ਹੈ, ਤਾਂ ਬੰਦੇ ਨੂੰ ਸਰੀਰਕ ਤੌਰ ਤੇ ਬੰਦਾ ਡਿਵੈਲਪ ਕਰ ਹੀ ਨਹੀਂ ਸਕਦਾ। ਉਹ ਬਿਮਾਰੀਆਂ ਦਾ ਸ਼ਿਕਾਰ ਹੋਊਗਾ, ਉਹ ਕਮਜ਼ੋਰ ਹੋਊਗਾ, ਉਹਨੂੰ ਔਖਾ ਹੋਊਗਾ ਔਰ ਸਰੀਰਕ ਤੇ ਮਾਨਸਿਕ ਦਾ ਵਿਕਾਸ ਨਹੀਂ ਹੋਣਾ। ਦੂਜਾ ਇਸੇ ਤਰ੍ਹਾਂ ਹੀ ਵਿਚਾਰਕ ਪ੍ਰਦੂਸ਼ਣ। ਜੇ ਤੁਸੀਂ ਗਲਤ ਵਿਚਾਰਾਂ ਨਾਲ ਜੁੜੇ ਹੋ, ਗਲਤ ਧਾਰਨਾਵਾਂ ਨਾਲ ਜੁੜੇ ਹੋ, ਜਿਹੜੇ ਸੱਚੇ ਨਹੀਂ, ਜਿਹੜੇ ਸਹੀ ਨਹੀਂ, ਜਿਹੜੇ ਅਸਲੀਅਤ ਨਹੀਂ, ਤਾਂ ਤੁਹਾਡਾ ਜਿਹੜਾ ਤਰੱਕੀ ਉਹ ਹੋ ਹੀ ਨਹੀਂ ਸਕਦੀ। ਕਿਉਂਕਿ ਵਿਚਾਰ ਪ੍ਰਦੂਸ਼ਣ ਤੇ ਆਹਾਰ ਦਾ ਪ੍ਰਦੂਸ਼ਣ, ਆਹਾਰ ਤੇ ਵਿਚਾਰ, ਇਹ ਦੋਨੇ ਪ੍ਰਦੂਸ਼ਣ ਜਿਹੜੇ ਹੈਗੇ ਆ ਮਨੁੱਖੀ ਜੀਵਨ ਦਾ ਆਧਾਰ ਹੈ। ਸੋ ਇਸ ਕਰਕੇ ਤਰਕਸ਼ੀਲਤਾ ਜਾਂ ਵਿਵੇਕਸ਼ੀਲਤਾ ਇਹ ਸਿਖਾਉਂਦੀ ਹੈ ਬੰਦੇ ਨੂੰ ਵੀ ਤੁਸੀਂ ਜੋ ਕੁਛ ਵੀ ਗ੍ਰਹਿਣ ਕਰ ਰਹੇ ਹੋ, ਖੁਰਾਕ ਗ੍ਰਹਿਣ ਕਰ ਰਹੇ ਹੋ, ਹਵਾ ਗ੍ਰਹਿਣ ਕਰ ਰਹੇ ਹੋ, ਪਾਣੀ ਗ੍ਰਹਿਣ ਕਰ ਰਹੇ ਹੋ, ਔਰ ਜਿਹੜੇ ਵਿਚਾਰ ਗ੍ਰਹਿਣ ਕਰ ਰਹੇ ਹੋ, ਇਹ ਪ੍ਰਦੂਸ਼ਿਤ ਤਾਂ ਨਹੀਂ ਕਿਤੇ। ਜਿੰਨਾ ਆਹਾਰ ਪ੍ਰਦੂਸ਼ਿਤ ਆਪਣਾ ਨੁਕਸਾਨ ਕਰਦਾ ਹੈ, ਉਸੇ ਤਰ੍ਹਾਂ ਹੀ ਜੇ ਵਿਚਾਰ ਪ੍ਰਦੂਸ਼ਿਤ ਸਾਡੇ ਅੰਦਰ ਆ ਜਾਏ, ਉਹ ਸਾਡੇ ਮਨ ਦਾ ਨੁਕਸਾਨ ਕਰਦਾ ਹੈ, ਸਾਡੇ ਥਿੰਕਿੰਗ ਪ੍ਰੋਸੈਸ ਦਾ ਨੁਕਸਾਨ ਕਰਦਾ ਹੈ ਔਰ ਸਾਡੀ ਡਿਵੈਲਪਮੈਂਟ ਦੇ ਵਿੱਚ ਵਾਧਾ ਬਣ ਜਾਂਦਾ ਹੈ। ਅਸੀਂ ਉਹ ਜਿਹੜੀਆਂ ਵੇਲਾ ਵਿਹਾਰ ਚੁੱਕੀਆਂ ਕਦਰਾਂ ਕੀਮਤਾਂ, ਰਸਮਾਂ ਰਿਵਾਜ, ਅਸੀਂ ਉਹਨਾਂ ਨਾਲ ਚੁੰਬੜੇ ਰਹਿੰਦੇ ਹਾਂ। ਸੋ ਇਸ ਕਰਕੇ ਭਾਰਤੀ ਸਮਾਜ ਹੈ ਜਿਹੜਾ ਇਹ ਇਸੇ ਸੰਕਟ ਦਾ ਸ਼ਿਕਾਰ ਹੈ। ਇਹ ਹੁਣ ਜਿਵੇਂ ਹਵਾ, ਪਾਣੀ, ਸਾਰਾ ਕੁਝ ਇੱਥੇ ਪ੍ਰਦੂਸ਼ਿਤ ਹੈ, ਖੁਰਾਕ ਇੱਥੇ ਪ੍ਰਦੂਸ਼ਿਤ ਹੈ। ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਸਰਕਾਰਾਂ ਦੀ, ਉਹ ਇਸ ਬਾਰੇ ਕੁਛ ਕਰ ਨਹੀਂ ਰਹੇ ਔਰ ਉਹਦਾ ਜਿਹੜਾ ਲੋਕਾਂ ਦੀ ਜਿਹੜੀ ਮਜਬੂਰੀ ਵੀ ਹੈ ਕਈ ਥਾਵਾਂ 'ਤੇ ਹੋ ਸਕਦੀ ਹੈ। ਹਵਾ, ਪਾਣੀ, ਖੁਰਾਕ ਪ੍ਰਦੂਸ਼ਿਤ ਹੁੰਦੀ ਹੈ ਜਦੋਂ, ਅਤੇ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰਾਂ ਵੱਲੋਂ ਇਹ ਕੰਮ ਕੀਤਾ ਜਾਣਾ ਚਾਹੀਦਾ ਹੈ। ਸੋ ਆਹਾਰ ਅਤੇ ਵਿਚਾਰ ਜੇ ਦੋਨੇ ਹੀ ਪ੍ਰਦੂਸ਼ਿਤ ਹੋਣਗੇ ਤਾਂ ਦੁੱਖ ਹੀ ਪੈਦਾ ਹੋਣਗੇ, ਫਿਰ ਸੁੱਖ ਤਾਂ ਨਹੀਂ ਪੈਦਾ ਹੋ ਸਕਦਾ। ਇਸ ਕਰਕੇ ਭਾਰਤੀ ਸਮਾਜ ਜਿਹੜਾ ਹੈ ਉਹ ਥੁੜਾਂ ਦਾ ਅਤੇ ਦੁੱਖਾਂ ਦਾ ਮਾਰਿਆ ਹੋਇਆ। ਸੋ ਇੱਥੋਂ ਦੀ ਜਿਹੜੀ ਰਾਜ ਕਰਦਾ ਸ਼੍ਰੇਣੀਆਂ ਹੈ ਉਹ ਇਹਦੇ ਬਾਰੇ ਬਿਲਕੁਲ ਹੀ ਕਨਸ਼ੀਅਸ ਨਹੀਂ ਹੈਗੀਆਂ। ਸੋ ਇਹ ਇੱਕੋ ਹੀ ਗੱਲ ਜਿਹੜੀ ਹੈਗੀ ਆ ਉੱਥੋਂ ਦਾ ਛੁਟਕਾਰਾ ਕਰ ਸਕਦੀ ਹੈ ਬਈ ਜੇ ਇਹ ਦੋਨੋਂ ਕਿਸਮ ਦੇ ਪ੍ਰਦੂਸ਼ਣ ਠੀਕ ਨਹੀਂ ਹੁੰਦੇ ਔਰ ਇਹਨਾਂ 'ਚੋਂ ਸਾਡਾ ਸਮਾਜ ਨਿਕਲਦਾ ਨਹੀਂ, ਤਾਂ ਫਿਰ ਹਿੰਦੁਸਤਾਨ ਦੀ ਜਿਹੜੀ ਤਰੱਕੀ ਹੈ ਉਹਦੀ
ਉਮੀਦ ਰੱਖਣੀ ਤਾਂ ਮਤਲਬ ਮੈਨੂੰ ਲੱਗਦਾ ਵੀ ਐਵੇਂ ਖਾਮ ਖਿਆਲੀ। ਜੀ ਪੂਰਾ ਸਿੰਘ ਜੀ, ਤੁਸੀਂ ਕਾਫੀ ਲੰਬੀ ਚੌੜੀ ਗੱਲ ਕੀਤੀ, ਲੇਕਿਨ ਇਹਦੇ ਵਿੱਚੋਂ ਸਵਾਲ ਇੱਕ ਵਿਚਾਲੇ ਰਹਿ ਗਿਆ ਕਿ ਵਿਗਿਆਨਕ ਸੋਚ ਨੂੰ ਡਿਵੈਲਪ ਕਿੱਦਾਂ ਕੀਤਾ ਜਾਵੇ ਸਾਡੇ ਸਮਾਜ ਦੇ ਵਿੱਚ। ਨੌਜਵਾਨ ਕਿੱਦਾਂ ਡਿਵੈਲਪ ਕਰਨ, ਜਿਹੜੇ ਪੇਰੈਂਟਸ ਨੇ ਉਹ ਕਿੱਦਾਂ ਯੋਗਦਾਨ ਪਾਉਣ, ਇਹਦੇ ਬਾਰੇ ਵੀ ਥੋੜ੍ਹਾ ਦੱਸੋ ਤੁਸੀਂ। ਦੇਖੋ, ਇਹਦਾ ਸਮਾਜ ਦਾ ਜਿਹੜਾ ਜਾਗਰੂਕ ਹਿੱਸਾ ਹੈ ਉਹ ਇਹਨਾਂ ਧਾਰਨਾਵਾਂ ਨੂੰ, ਮਤਲਬ ਜਿਹੜੀਆਂ ਗਲਤ ਧਾਰਨਾਵਾਂ ਹੈ, ਮਤਲਬ ਜਿਹੜਾ ਮਿੱਥਿਆ ਵਿਸ਼ਵਾਸ ਹੈ ਉਹਨਾਂ ਚੋਂ ਕੱਢਣ ਵਾਸਤੇ ਬਾਕਾਇਦਾ ਤੌਰ 'ਤੇ ਆਰਗੇਨਾਈਜ਼ਡ ਮਤਲਬ ਮੁਹਿੰਮ ਸ਼ੁਰੂ ਕਰਨ ਔਰ ਸਰਕਾਰੀ ਤੰਤਰ ਨੂੰ ਇਸ ਵਾਸਤੇ ਮਜਬੂਰ ਕਰਨ। ਤੇ ਇਹ ਬਹੁਤ ਵੱਡਾ ਯੁੱਧ ਹੈ। ਮਤਲਬ ਇਹ ਪਹਿਲਾਂ ਵਿਚਾਰਧਾਰਕ ਤਬਦੀਲੀ ਆਉਂਦੀ ਹੈ, ਫਿਰ ਬੰਦਾ ਆਪਦੇ ਜੇ ਵਿਚਾਰ ਬਦਲਣਗੇ ਫਿਰ ਹੀ ਉਹ ਆਪਦਾ ਵਿਹਾਰ ਬਦਲੂਗਾ ਜੀ। ਔਰ ਵਿਹਾਰ ਬਦਲਣ ਵਾਸਤੇ ਵੀ ਫਿਰ ਗਾਂ ਸੱਭਿਆਚਾਰ ਜਿਹੜਾ ਸਿਸਟਮ ਹੈ ਸਾਡਾ ਉਹਨੂੰ ਬਦਲਣਾ ਜ਼ਰੂਰੀ ਹੈ। ਉਹ ਮਤਲਬ ਵਿਚਾਰ ਵਿਹਾਰ ਤੇ ਜਿਹੜੇ ਸੰਸਕਾਰ ਹੈ, ਇੱਥੋਂ ਤੱਕ ਇਹ ਸਫ਼ਰ ਪੂਰਾ ਹੁੰਦਾ ਹੈ ਵਿਚਾਰਧਾਰਾ ਦਾ। ਜੇ ਆਪਾਂ ਵਿਚਾਰਾਂ ਨੂੰ ਵਿਹਾਰ 'ਚ ਲਿਆਉਂਦੇ ਹਾਂ, ਜੇ ਚੰਗੇ ਵਿਚਾਰ ਪੈਦਾ ਹੋ ਗਏ ਤੇ ਤੁਸੀਂ ਉਹਨੂੰ ਵਿਹਾਰ 'ਚ ਨਹੀਂ ਲਾਉਂਦੇ ਤਾਂ ਵਿਚਾਰਾਂ ਚੰਗਿਆਂ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ। ਔਰ ਵਿਹਾਰਾਂ ਨੂੰ ਜੇ ਸੰਸਕਾਰਾਂ 'ਚ ਪਰਿਵਰਤਿਤ ਨਹੀਂ ਕਰਦੇ ਤਾਂ ਜਿਹੜੇ ਬੰਦੇ ਵਿਚਾਰਧਾਰਾ ਤੌਰ 'ਤੇ ਪ੍ਰਪੱਕ ਨਹੀਂ, ਸਿਰਫ ਸੰਸਕਾਰਾਂ ਦੇ ਪੱਧਰ 'ਤੇ ਜੀਵਨ ਜਿਉਂਦੇ ਹੈ ਤੇ ਉਹ ਕਰੀ ਜਾਂਦੇ, ਆਪਦਾ ਖਰਚਾ ਉੱਥੇ ਕਰੀ ਜਾਂਦੇ, ਆਪਦਾ ਟਾਈਮ ਉੱਥੇ ਖਰਾਬ ਕਰੀ ਜਾਂਦੇ ਆ, ਤਾਂ ਉਹਦਾ ਕੋਈ ਫਾਇਦਾ ਨਹੀਂ। ਤੋ ਇਸ ਕਰਕੇ ਜਿੱਥੋਂ ਤੱਕ ਪੋਲੀਟੀਕਲ ਇਕੋਨਮੀ ਦੇ ਵਿੱਚ ਤਬਦੀਲੀ ਦੀ ਲੋੜ ਹੈ, ਉੱਥੇ ਸਮਾਜਿਕ ਤੇ ਸੱਭਿਆਚਾਰਕ ਖੇਤਰ ਦੇ ਵਿੱਚ ਵੀ ਤਬਦੀਲੀ ਦੀ ਲੋੜ ਹੈ। ਤੇ ਤਬਦੀਲੀ ਕਰੂ ਕੌਣ? ਤੋ ਇਹ ਸਮਾਜ ਹੀ ਕਰ ਸਕਦਾ ਹੈ। ਸਮਾਜ ਦੇ ਉਹ ਜਾਗਰੂਕ ਹਿੱਸੇ ਜਿਹੜੇ ਇਸ ਗੱਲ ਨੂੰ ਸਮਝਦੇ ਹੈ ਵੀ ਹਿੰਦੁਸਤਾਨ ਦੀ ਤਰੱਕੀ ਵਿਗਿਆਨਕ ਦ੍ਰਿਸ਼ਟੀਕੋਣ ਡਿਵੈਲਪ ਕਰਨ ਦੇ ਨਾਲ ਜੁੜੀ ਹੋਈ ਹੈ। ਜਿੰਨਾ ਚਿਰ ਅਸੀਂ ਵਿਗਿਆਨਕ ਦ੍ਰਿਸ਼ਟੀਕੋਣ ਸਮਾਜ ਦੇ ਵਿੱਚ ਨਹੀਂ ਡਿਵੈਲਪ ਕਰਾਂਗੇ ਤੇ ਉਹਨਾਂ ਚਿਰ ਹਿੰਦੁਸਤਾਨ ਦੇ ਤਰੱਕੀ ਹੋਣ ਦਾ ਸੁਪਨਾ ਨਹੀਂ ਲਿਆ ਜਾ ਸਕਦਾ ਜੀ। ਤੋ ਦੂਜੇ ਪਾਸੇ ਆਪਾਂ ਜਿਹੜੇ ਇੱਥੋਂ ਦਾ ਪੋਲੀਟੀਕਲ ਸਿਸਟਮ ਹੈ, ਇੱਥੋਂ ਦੇ ਰਾਜ ਕਰਦਾ ਲੋਕ ਹੈ, ਉਹਨਾਂ ਦੇ ਉੱਤੇ ਦਬਾਅ ਨਹੀਂ ਬਿਲਡ ਕਰਦੇ ਇਕੱਠੇ ਹੋ ਕੇ ਲੋਕ ਸਾਰੇ। ਔਰ ਜਿਹੜੇ ਸੂਝਵਾਨ ਤੇ ਬੁੱਧੀਜੀਵੀ ਤਬਕਾ ਹੈ ਉਹਨੂੰ ਲਗਾਤਾਰ ਆਰਗੇਨਾਈਜੇਸ਼ਨਾਂ ਬਣਾ ਕੇ, ਜਥੇਬੰਦੀਆਂ ਬਣਾ ਕੇ, ਸੰਸਥਾਵਾਂ ਬਣਾ ਕੇ ਇਸ ਲੜਾਈ ਨੂੰ ਲੜਨਾ ਪਊ। ਅਸੀਂ ਲੜਨੀ ਹੈ, ਹੋਰ ਨਹੀਂ ਕਿਸੇ ਨੇ ਲੜਨੀ। ਤੇ ਅਸੀਂ ਨਹੀਂ ਲੜੀ ਪਹਿਲਾਂ, ਇਸ ਕਰਕੇ ਅਸੀਂ ਪਛੜੇ ਹੋਏ ਹਾਂ। ਤੋ ਇਸ ਕਰਕੇ ਸਾਨੂੰ ਇਹ ਲੜਾਈ ਜਿਹੜੀ ਹੈਗੀ ਹੈ, ਵਿਚਾਰਧਾਰਕ ਜਿਹੜਾ ਸੰਘਰਸ਼ ਹੈ ਉਹ ਸ਼ੁਰੂ ਕਰਕੇ ਨਾਲ ਦੀ ਨਾਲ ਸਮਾਜਿਕ ਤੇ ਸੱਭਿਆਚਾਰਕ ਲੈਵਲ ਦੇ ਉੱਤੇ ਜਿੰਨੀਆਂ ਵੀ ਪੁਰਾਣੀਆਂ ਵਿਚਾਰਧਾਰਾਵਾਂ ਤੋਂ ਸਾਡੇ ਇੱਥੇ ਸੰਸਥਾਵਾਂ ਸੰਗਠਨ ਸਾਡੇ ਸਮਾਜ ਦੇ ਵਿੱਚ ਹੈਗੇ ਹੈ, ਉਹਨਾਂ ਨੂੰ ਫੇਰ ਹੀ ਆਪਾਂ ਫਾਈਟ ਕਰ ਸਕਦੇ ਹਾਂ। ਜੇ ਜਿਹੜੇ ਸਿਆਣੇ ਲੋਕ ਹੈ, ਬੁੱਧੀਮਾਨ ਲੋਕ ਹੈ, ਬੁੱਧੀਜੀਵੀ ਤਬਕਾ ਹੈ ਸਾਰਾ, ਉਹ ਵਿਗਿਆਨਕ ਵਿਚਾਰਧਾਰਾ ਨਾਲ ਖੁਦ ਲੈਸ ਹੋਵੇ ਔਰ ਉਹਦੇ ਵਾਸਤੇ ਪ੍ਰਚਾਰ ਪ੍ਰਸਾਰ ਕਰੇ। ਉਹਦੇ ਕਈ ਸਾਰੇ ਢੰਗ ਹੈ ਤੇ ਸਮਾਜ ਨੂੰ ਇਸ ਖੁੱਬਣ ਦੇ ਵਿੱਚੋਂ ਕੱਢਿਆ ਜਾ ਸਕੇ। ਨਹੀਂ ਹਿੰਦੁਸਤਾਨ ਦੇ ਜਿਹੜੇ ਲੋਕ ਹੈ ਧਰਮਾਂ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ, ਨਸਲਾਂ ਦੇ ਨਾਂ 'ਤੇ, ਰੰਗ ਦੇ ਨਾਂ 'ਤੇ ਮਤਲਬ ਆਪਸ ਵਿੱਚ ਦੀ ਲੜਦੇ ਰਹਿਣਗੇ ਤੇ ਅੱਗੇ ਜਿਹੜਾ ਹਾਲ ਹੋਇਆ ਉਦੋਂ ਭੈੜਾ ਹਾਲ ਹੋਣ ਦੀ ਉਮੀਦ ਹੈ। ਜੀ ਪੂਰਾ ਸਿੰਘ ਜੀ, ਤੁਸੀਂ ਇਸ ਵਿਸ਼ੇ ਦੇ ਉੱਪਰ ਬਹੁਤ ਲੰਬੀ ਚੌੜੀ ਗੱਲਬਾਤ ਕੀਤੀ, ਬੜੀਆਂ ਸਾਰੀਆਂ ਜਿਹੜੀ ਵੱਡਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਕੋਈ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਸੁਨੇਹਾ ਦੇਣਾ ਚਾਹੋ ਤਾਂ ਉਹ ਵੀ ਜ਼ਰੂਰ ਸਾਂਝਾ ਕਰੋ। ਮੈਂ ਇਹੀ ਸੁਨੇਹਾ ਦੇਣਾ ਚਾਹੂੰਗਾ ਵੀ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਗਿਆਨ ਪ੍ਰਾਪਤੀ ਵੱਲ ਵਧਣਾ ਚਾਹੀਦਾ। ਵੱਧ ਤੋਂ ਵੱਧ ਮਤਲਬ ਸਾਨੂੰ ਪੜ੍ਹਨਾ ਲਿਖਣਾ ਚਾਹੀਦਾ। ਮੈਂ ਸਮਝਦਾ ਹਾਂ ਕਿ ਜਿੰਨਾ ਚਿਰ ਤੁਸੀਂ ਪੜ੍ਹਨ ਲਿਖਣ ਦਾ ਜਿਹੜਾ ਢੰਗ ਆ ਉਹ ਵੀ ਐਨਾਲਿਟੀਕਲ ਮੈਥਡ ਨਹੀਂ ਬਣਾਉਂਦੇ ਔਰ ਵਿਸ਼ਲੇਸ਼ਣਾਤਮਕ ਵਿਧੀ ਦੇ ਨਾਲ ਨਹੀਂ ਵੱਧਦੇ, ਸਿਰਫ ਅੱਖਾਂ ਮੀਚ ਕੇ ਪੜ੍ਹਨਾ ਵੀ ਕੋਈ ਗੱਲ ਨਹੀਂ ਹੁੰਦੀ। ਤੁਸੀਂ